राग राग रामकली महला तीजा। एको सतगुर प्रसाद हर की पूजा दुलंब है संतो कहना कछु न जाई। ਗੁਰੂ ਨਾਨਕ ਸਾਹਿਬ ਦੇ ਘਰ ਦੀ ਬਾਣੀ ਦਾ ਕੋਈ ਸ਼ਬਦ ਲੈ ਲਓ, ਨਾਮ ਹੀ ਨਾਮ, ਸ਼ਬਦ ਹੀ ਸ਼ਬਦ ਆਪ ਪੁਕਾਰਦੇ ਹਨ। ਗੁਰੂ ਸਾਹਿਬ ਨੇ ਕੇਵਲ ਨਾਮ ਦੀ ਹੀ ਮਹਿਮਾ ਕੀਤੀ ਹੈ। ਗੁਰੂ ਘਰ ਨੇ ਕੇਵਲ ਸ਼ਬਦ ਔਰ ਨਾਮ ਦਾ ਹੀ ਪ੍ਰਚਾਰ ਕੀਤਾ ਹੈ। ਜਿਹੜੇ ਤਾਂ ਨਾਮ ਦੀ ਕਮਾਈ ਕਰਦੇ ਹਨ, ਬੜੇ ਖੁਸ਼ਕਿਸਮਤ ਹਨ, ਭਾਗਾਂ ਵਾਲੇ ਜੀਵ ਹਨ, ਉਹਨਾਂ ਦਾ ਦੇਹ ਵਿੱਚ ਆਉਣਾ ਮੁਬਾਰਕ ਹੈ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਾਣੀ ਦੀ ਵੀ ਸਮਝ ਆ ਜਾਵੇ, ਉਹ ਵੀ ਬਹੁਤ ਸਾਰੇ ਵਹਿਮਾਂ ਭਰਮਾਂ ਸੰਕਲਪਾਂ ਬਾਹਰਮੁਖੀ ਸਾਧਨਾ ਕਰਮ ਕਾਂਡ ਚੋਂ ਜਪ ਤਪ ਪੂਜਾ ਪਾਠ ਪੁੰਨ ਦਾਨ ਚੋਂ ਇਹਨਾਂ ਪੁਜਾਰੀਆਂ ਦੀ ਐਕਸਪਲਾਇਟੇਸ਼ਨ ਤੋਂ ਬਚੇ ਰਹਿੰਦੇ ਹਨ। ਕਿਉਂਕਿ ਗੁਰੂ ਸਾਹਿਬ ਨੇ ਹਰ ਤਰਫੋਂ ਸਾਡੇ ਖਿਆਲ ਨੂੰ ਕੱਢ ਕੇ ਕੇਵਲ ਸ਼ਬਦ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਹ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਹੈ। ਆਪ ਗੁਰੂ ਨਾਨਕ ਸਾਹਿਬ ਦੇ ਘਰ ਦੇ ਉਪਦੇਸ਼ ਨੂੰ ਹਰ ਪਹਿਲੂ ਤੋਂ ਬੜੀ ਅੱਛੀ ਤਰ੍ਹਾਂ ਖੋਲ ਕੇ ਸਮਝਾ ਰਹੇ ਹਨ। ਆਪ ਫਰਮਾਉਂਦੇ ਹਨ ਕਿ ਅਸੀਂ ਸਭ ਦੁਨੀਆ ਦੇ ਜੀਵ ਹਮੇਸ਼ਾ ਕਿਸੇ ਨਾ ਕਿਸੇ ਦੀ ਭਗਤੀ, ਕਿਸੇ ਨਾ ਕਿਸੇ ਦੀ ਪੂਜਾ, ਕਿਸੇ ਨਾ ਕਿਸੇ ਦੇ ਪਿਆਰ ਵਿੱਚ ਫਸੇ ਰਹਿੰਦੇ ਹਾਂ। ਕੋਈ ਪੁੱਤਰਾਂ ਧੀਆਂ ਨਾਲ ਪਿਆਰ ਕਰਦਾ ਹੈ, ਕੋਈ ਕੌਮਾਂ ਮਸਬਾਂ ਮੁਲਕਾਂ ਦੀ ਭਗਤੀ ਕਰਦਾ ਹੈ, ਕੋਈ ਧਨ ਦੌਲਤ ਦੀ ਪੂਜਾ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਇਹ ਸ਼ਕਲਾਂ, ਇਹ ਪਦਾਰਥ ਤੁਹਾਡੇ ਭਗਤੀ ਔਰ ਤੁਹਾਡੇ ਪੂਜਾ ਦੇ ਕਾਬਿਲ ਨਹੀਂ ਹਨ, ਕਿਉਂਕਿ ਇਹਨਾਂ ਦੀ ਭਗਤੀ, ਇਹਨਾਂ ਦੀ ਪੂਜਾ ਬਾਰ-ਬਾਰ ਤੁਹਾਨੂੰ ਦੇਹ ਦੀਆਂ ਬੰਧਨਾਂ ਦੀ ਤਰਫ ਖਿੱਚ ਕੇ ਲੈ ਆਏਗੀ। ਇਤਨਾ ਤੁਹਾਡਾ ਇਹਨਾਂ ਸ਼ਕਲਾਂ ਔਰ ਪਦਾਰਥਾਂ ਨਾਲ ਪਿਆਰ ਪੈਦਾ ਹੋ ਜਾਵੇਗਾ ਕਿ ਰਾਤ ਨੂੰ ਸੁਪਨੇ ਵੀ ਤੁਹਾਨੂੰ ਇਹਨਾਂ ਦੇ ਹੀ ਆਉਣੇ ਸ਼ੁਰੂ ਹੋ ਜਾਣਗੇ। ਔਰ ਮੌਤ ਦੇ ਵਕਤ ਇਹਨਾਂ ਦੀਆਂ ਹੀ ਸ਼ਕਲਾਂ ਸਿਨੇਮੇ ਦੇ ਸਕਰੀਨ ਦੀ ਤਰ੍ਹਾਂ ਸਾਡੇ ਅੱਖਾਂ ਅੱਗੇ ਆ ਜਾਂਦੀਆਂ ਹਨ। ਔਰ ਜਹਾਂ ਆਸਾ ਤਹਾਂ ਬਾਸਾ, ਜਿੱਧਰ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ, ਅਸੀਂ ਦੁਨੀਆ ਦੇ ਜੀਵ ਉਸੇ ਹੀ ਰੋਹ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ। ਇਹ ਪੁੱਤਰਾਂ ਧੀਆਂ ਦਾ ਪਿਆਰ ਹੈ, ਕੌਮਾਂ ਮਸਮਾਂ ਮੁਲਕਾਂ ਦਾ ਪਿਆਰ ਹੈ, ਧਨ ਦੌਲਤ ਦੀ ਪੂਜਾ ਹੈ, ਜਾਇਦਾਦ ਦਾ ਪਿਆਰ ਹੈ, ਜਿਹੜਾ ਹਰ ਇੱਕ ਨੂੰ ਬਾਰ-ਬਾਰ ਦੇਹ ਦੀਆਂ ਬੰਧਨਾਂ ਦੀ ਤਰਫ ਖਿੱਚ ਕੇ ਲਿਆਉਂਦਾ ਹੈ। ਗੁਰੂ ਸਾਹਿਬ ਕਹਿੰਦੇ ਕੇਵਲ ਇੱਕੋ ਹੀ ਚੀਜ਼ ਸਾਡੇ ਭਗਤੀ ਔਰ ਪਿਆਰ ਦੇ ਕਾਬਿਲ ਹੈ। ਉਹ ਪਰਮਾਤਮਾ ਹੈ, ਪਰਮੇਸ਼ਰ ਹੈ, ਅਕਾਲ ਪੁਰਖ ਹੈ, ਵਾਹਿਗੁਰੂ ਹੈ, ਜਿਸ ਦੇ ਹਜ਼ਾਰਾਂ ਅਨੇਕਾਂ ਹੀ ਨਾਮ ਅਸੀਂ ਆਪੋ ਆਪਣੇ ਪਿਆਰ ਵਿੱਚ ਆ ਕੇ ਰੱਖੇ ਹੋਏ ਹਨ। ਕਿਉਂਕਿ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ। ਇਸੇ ਵਾਸਤੇ ਪਹਿਲੀ ਪਾਤਸ਼ਾਹੀ ਕਹਿੰਦੇ ਹਨ, ਆਤਮ ਮੇਂ ਰਾਮ, ਰਾਮ ਮੇਂ ਆਤਮ, ਚੀਨਸ ਗੁਰ ਵਿਚਾਰਾ। ਆਤਮਾ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਦੇ ਅੰਦਰ ਸਾਡੀ ਆਤਮਾ ਹੈ। ਲੇਕਿਨ ਇਸ ਵਕਤ ਸੋਝੀ ਔਰ ਸਮਝ ਕਿਸ ਵਕਤ ਆਵੇਗੀ, ਜਦੋਂ ਗੁਰਮੁਖਾਂ ਦੇ ਅਵਤਸੇ ਉਪਦੇਸ਼ ਉੱਤੇ ਚੱਲ ਕੇ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਪਹਿਚਾਨਣ ਦੇ ਕਾਬਿਲ ਬਣ ਜਾਵਾਂਗੇ। ਕਬੀਰ ਸਾਹਿਬ ਨੇ ਕਿਹਾ ਸੀ, ਕਬੀਰਾ ਆਤਮ ਅੰਸ਼ ਰਾਮ ਦੀ। ਇਹ ਜਿਹੜੀ ਆਤਮਾ ਹੈ ਉਸ ਰਾਮ ਕਿਆ ਪਰਮਾਤਮਾ ਦੀ ਅੰਸ਼ ਹੈ। ਅਸੀਂ ਉਸ ਮਾਲਿਕ ਦੇ ਕੋਲੋਂ ਵਿਛੜ ਕੇ ਇਸ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਮਨ ਦੇ ਤਾਬੇ ਹੋ ਕੇ ਜੋ ਜੋ ਕਰਮ ਕਰਦੇ ਹਾਂ, ਅੱਛੇ ਵੀ ਕਰਦੇ ਹਾਂ, ਬੁਰੇ ਵੀ ਕਰਦੇ ਹਾਂ, ਉਹਨਾਂ ਸਾਰਿਆਂ ਦਾ ਨਤੀਜਾ ਭੁਗਤਣ ਵਾਸਤੇ ਸਾਨੂੰ ਇਸ 84 ਦੇ ਜੇਲਖਾਨੇ ਵਿੱਚ ਆਉਣਾ ਪੈਂਦਾ ਹੈ। ਕਿਉਂਕਿ ਇਹ ਜਿਹੜੀ ਦੁਨੀਆ ਹੈ, ਗੁਰੂ ਘਰ ਕਹਿੰਦਾ ਕਰਮਾ ਸੰਦੜਾ ਖੇਤ ਹੈ, ਕਰਮ ਭੂਮੀ ਹੈ। ਜਿਸ ਤਰ੍ਹਾਂ ਜ਼ਮੀਨ ਅੰਦਰ ਜੋ ਵੀ ਬੀਜ ਬੀਜਿਆ ਜਾਂਦਾ ਹੈ, ਉਸੇ ਫਸਲ ਨੂੰ ਕੱਟਣ ਵਾਸਤੇ ਸਾਨੂੰ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਦੇਹ ਵਿੱਚ ਬੈਠ ਕੇ ਜੋ ਵੀ ਕਰਮ ਕਰਦੇ ਹਾਂ, ਉਹਨਾਂ ਦਾ ਨਤੀਜਾ ਭੁਗਤਣ ਵਾਸਤੇ ਆਉਣਾ ਪੈਂਦਾ ਹੈ। ਔਰ ਇਹਨਾਂ ਕਰਮਾਂ ਕਰਕੇ ਜਿਸ ਵੀ ਜਗ੍ਹਾ ਜਾ ਕੇ ਜਨਮ ਲੈਣਾ ਪੈਂਦਾ ਹੈ, ਉਸੇ ਜਾਮੇ ਅੰਦਰ ਬੈਠ ਕੇ ਦੁੱਖ ਔਰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ।
ਕਿਸੇ ਵੀ ਜਾਮੇ ਅੰਦਰ ਜਾ ਕੇ ਕਦੇ ਕੋਈ ਸੁਖ ਨਹੀਂ ਹਾਸਲ ਕਰ ਸਕਦਾ, ਕਦੇ ਕੋਈ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦਾ। ਤੁਸੀਂ ਖੁਦ ਸੋਚ ਲਓ, ਆਪਣੇ ਕਰਮਾਂ ਕਰਕੇ ਅਗਰ ਸਾਨੂੰ ਬੱਕਰੀਆਂ ਬਣਨਾ ਪੈਂਦਾ ਹੈ, ਭੇਡਾਂ ਬਣਨਾ ਪੈਂਦਾ ਹੈ, ਮੁਰਗੇ ਬਣਨਾ ਪੈਂਦਾ ਹੈ, ਜਿਨ੍ਹਾਂ ਦੇ ਗਲਿਆਂ ਤੇ ਬੇਰਹਿਮੀ ਦੇ ਨਾਲ ਸਾਡੇ ਪੇਟ ਦੀ ਖਾਤਰ ਕਿਸ ਤਰ੍ਹਾਂ ਹਜ਼ਾਰ ਕਿਸਮ ਦੀਆਂ ਛੁਰੀਆਂ ਚੱਲਣ ਲੱਗੀਆਂ ਹੋਈਆਂ ਹਨ, ਅਸੀਂ ਉੱਥੇ ਜਾ ਕੇ ਕੀ ਸੁੱਖ ਹਾਸਲ ਕਰ ਸਕਾਂਗੇ, ਕੀ ਸ਼ਾਂਤੀ ਪ੍ਰਾਪਤ ਕਰ ਸਕਾਂਗੇ। ਹੇਠਲੇ ਜਾਮਿਆਂ ਦੀ ਕੀ ਹਾਲਤ ਬਿਆਨ ਕਰਨੀ ਹੈ, ਰੂਹ ਕੰਬਦੀ ਹੈ। ਤੁਸੀਂ ਇਨਸਾਨ ਦੇ ਜਾਮੇ ਤੋਂ ਵਾਕਿਫ ਹੋ, ਜਿਹਨੂੰ ਆਪਾਂ ਟੌਪ ਆਫ ਦੀ ਕ੍ਰੀਏਸ਼ਨ ਕਹਿੰਦੇ ਹਾਂ, ਅਸ਼ਰਫੁਲ ਮਖਲੂਕਾਤ ਕਹਿ ਕੇ ਯਾਦ ਕਰਦੇ ਹਾਂ, ਲੜ ਨਰੈਣੀ ਦੇ ਕਹਿ ਕੇ ਮਹਾਤਮਾ ਬਿਆਨ ਕਰਦੇ ਹਨ। ਇਸ ਜਾਮੇ ਅੰਦਰ बैठ के ਕਿਹੜਾ ਕੋਈ ਸੁਖ ਹਾਸਲ ਕਰ ਸਕਦਾ ਹੈ, ਕਿਹੜਾ ਕੋਈ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਕਿਸੇ ਨੂੰ ਪੁੱਛ ਕੇ ਦੇਖ ਲਓ, ਕੋਈ बेचारा बीमारी हथों तंग आया बैठा है, कोई बेरोजगारी हथों दुखी हो जाता है, किसी दे औलाद नहीं हुंदी, वो गरीब तड़फण लगे हुए हैं। कईयां नूं औलाद ने दुखी किया होया है, किसी ने कर्जा लेना है, किसी ने कर्जा देना है। कंगालां दी रोज आपां सड़कां ते हालत देखदे हां। जेल खानियां में जाके कदे मुलजमां दी कहानियां सुन के देखो, हॉस्पिटल जाके कदे बीमारां दी चीखां सुनो। दुनिया दे अंदर तां दुख ही दुख, मुसीबतां ही मुसीबतां नजर आउंदियां हन। ये कौमां मजहबां मुल्कां दे झगड़े अपना पिछा ही नहीं छड्डदे। कितने गरीबां दा खून हुंदा है, कितनी औरतां बेवा हुंदियां हन, कितने बच्चे यतीम हुंदे हन। जिस नगरी अंदर ये हालत है कि पता नहीं मौत किस वक्त आ जानी है, किसके हथों आ जानी है। जिस जगह आके रोटी कपड़े वास्ते आप भटकते और तड़फते फिरते हैं, तुसी सोचो उस जामे अंदर बैठ के कोई सुख किस तरह हासिल कर सकेगा, कोई शांति किस तरह प्राप्त कर सकेगा। इस वास्ते गुरु करने क्या सी, फिर सच्चे ते सदा सुहागन। साडी आत्मा स्त्री है, वो परमात्मा इसका पति है। जितना चिर ये रूह रूपी स्त्री पति रूपी परमात्मा दे नाल नहीं मिलती, ये सुहागन नहीं हो सकती, इसका मरण जमण दे दुखों तो छुटकारा नहीं हो सकता। बहुत सारे संता महात्मा ने आत्मा और परमात्मा के रिश्ते को स्त्री और पति का रिश्ता इसे वास्ते कह के याद किया है कि ये जड़ा रिश्ता है ये भगती का रिश्ता है, प्रेम का रिश्ता है, प्यार का रिश्ता है। रामा कृष्णा मिशन वालिया ने इसे वास्ते माँ और बेटे का रिश्ता या कह के समझाया है, ये भी भगती और प्यार का रिश्ता है। इससे वास्ते क्राइस्ट ने इसनू बाप और बेटे का रिश्ता कह के मिसाल देती है, ये भी भगती और प्यार का रिश्ता है। सो आत्मा और परमात्मा का जड़ा रिश्ता है ये केवल भगती का रिश्ता है, ये केवल प्रेम का रिश्ता है, ये केवल प्यार का रिश्ता है। इस वास्ते महात्मा कहते हैं कि मालिक नू तो केवल अपनी भगती प्यारी है, मालिक नू तो केवल अपना प्यार प्यारा है। मत किसी के मन में ख्याल होवे कि मैं हिंदुओं तो सिख बन गया हाँ, मैं मालिक नू मिल सकांगा, या मैनू मुसलमान बन जावांगा तो मालिक नू मिल जावांगा, या ईसाई बनना पवेगा। केवल भगती, इश्क, प्रेम और प्यार ही सानू वापस जाके मालिक नाल मिला सकता है। इससे वास्ते गुरु साहब ने क्या सी, जिन प्रेम किया तिन ही प्रभ पायो। जिन्हां दे हृदय के अंदर मालिक के मिलन की बिरे है, तड़फ है, प्रेम है, प्यार है, इश्क है, उन्होंने ही फखर हासिल होएगा कि वो वापस जाके परमात्मा नाल मिल सकेंगे। पलटू साहब कहते साहब के दरबार में केवल भगत प्यार, मालिक के घर पहुंचने वास्ते सिर्फ भगती सिर्फ प्यार की जरूरत पैंदी है। इस वास्ते दादू साहब ने कहा सी, इश्क अल्लाह का नाम है, इश्क अल्लाह की जात है। अगर तुसी परमात्मा का नाम पूछना चाहते हो वो भी इश्क और प्यार है, अगर वो कोई जात पात पूछना चाहते हो वो भी इश्क है, वो भी प्यार है। यो क्राइस्ट ने कहा सी, गॉड इज लव, मालिक दा असली रूप ही प्रेम है, मालिक दा असली रूप ही प्यार है। सो इस वास्ते महात्मा कहते हैं मत किसी के मन में ख्याल होवे उसी जातां पातां दे जोर ते, कौमां मजहबां दे जोर ते वापस जाके परमात्मा नू मिल सकिए। सिर्फ भगती दे जोर ते, प्रेम दे जोर ते, प्यार दे जोर ते वापस जाके मालिक नू मिल सकांगे।
ਗੁਰੂ ਨਾਨਕ ਸਾਹਿਬ ਨੇ ਬੜਾ ਦਲੇਰੀ ਨਾਲ ਕਿਹਾ ਸੀ, ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਭਰਾਵਾ, ਜਿਸ ਜਗ੍ਹਾ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਪੁੱਛਿਆ ਜਾਣਾ ਹੈ, ਨਾ ਤਾਂ ਤੇਰੇ ਸਰੀਰ ਨੇ ਪਹੁੰਚਣਾ ਹੈ, ਨਾ ਤੇਰੀਆਂ ਕਿਸੇ ਨੇ ਜਾਤਾਂ ਪਾਤਾਂ ਪੁੱਛਣੀਆਂ ਹਨ। ਤੈਨੂੰ ਕਿਸੇ ਨੇ ਸਵਾਲ ਨਹੀਂ ਕਰਨਾ, ਤੂੰ ਹਿੰਦੂ ਹੁੰਦਾ ਸੀ, ਸਿੱਖ ਹੁੰਦਾ ਸੀ ਕਿ ਈਸਾਈ ਹੁੰਦਾ ਸੀ, ਤੂੰ ਹਿੰਦੁਸਤਾਨ ਚੋਂ ਆਇਆ ਹੈ ਕਿ ਅਮਰੀਕਾ ਅਫਰੀਕਾ ਚੋਂ ਆਇਆ ਹੈ। ਉੱਥੇ ਤੇਰੇ ਕਰਮ ਦੇਖੇ ਜਾਣੇ ਹਨ, ਭਗਤੀ ਭਾਵ ਦੇਖਿਆ ਜਾਣਾ ਹੈ, ਮਾਲਿਕ ਦੇ ਮਿਲਣ ਇਸ਼ਕ ਔਰ ਪਿਆਰ ਦੇਖਿਆ ਜਾਣਾ ਹੈ। ਇਹਨਾਂ ਜਾਤਾਂ ਪਾਤਾਂ ਦਾ, ਕੌਮਾਂ ਮਜ਼ਹਬਾਂ ਮੁਲਕਾਂ ਦਾ ਤੇਰੇ ਸਰੀਰ ਨਾਲ ਤਲਕ ਹੈ। ਤੇਰੇ ਸਰੀਰ ਨੇ ਜਾਂ ਤਾਂ ਅਗਨੀ ਦੇ ਸਪੁਰਦ ਹੋ ਕੇ ਮਿੱਟੀ ਬਣ ਜਾਣਾ ਹੈ, ਜਾਂ ਮਿੱਟੀ ਵਿੱਚ ਦਬਿਆ ਰਹਿ ਕੇ ਮਿੱਟੀ ਬਣ ਜਾਵੇਗਾ। ਕਿਸੇ ਦੇ ਕੌਮ ਮਜ਼ਹਬ ਅਗਨੀ ਦੇ ਸਪੁਰਦ ਹੋ ਕੇ ਖਤਮ ਹੋ ਜਾਂਦੇ ਹਨ, ਕਿਸੇ ਦੇ ਜਾਤਾਂ ਪਾਤਾਂ ਮਿੱਟੀ ਵਿੱਚ ਹੀ ਰੁਲਦੀਆਂ ਰਹਿ ਜਾਂਦੀਆਂ ਹਨ। ਇਸੇ ਵਾਸਤੇ ਕਬੀਰ ਸਾਹਿਬ ਕਹਿੰਦੇ, ਜਾਤ ਪਾਤ ਪੁੱਛੇ ਨਾ ਕੋ, ਹਰ ਕੋ ਭਜੇ ਸੋ ਹਰ ਕਾ ਹੋ। ਜਾਤਾਂ ਪਾਤਾਂ ਕਿਸੇ ਨੇ ਨਹੀਂ ਪੁੱਛਣੀਆਂ, ਜਿਹੜੇ ਮਾਲਕ ਦੇ ਭਗਤੀ ਕਰਦੇ ਹਨ ਉਹ ਮਾਲਕ ਦੇ ਰੂਪ ਹੋ ਜਾਂਦੇ ਹਨ। ਹਿੰਦੂ ਹੋ ਕੇ ਆਦ ਭਗਤੀ ਕਰੋ, ਸਿੱਖ ਈਸਾਈ ਹੋ ਕੇ ਭਗਤੀ ਕਰੋ। ਇਸ ਭਗਤੀ ਨੇ, ਇਸ਼ਕ ਨੇ, ਪ੍ਰੇਮ ਨੇ, ਪਿਆਰ ਨੇ ਸਾਨੂੰ ਵਾਪਸ ਜਾ ਕੇ ਮਾਲਕ ਨਾਲ ਮਿਲਾਉਣਾ ਹੈ। ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਸ਼ਾਇਦ ਹਿੰਦੂ ਬਣਨਾ ਪਵੇਗਾ ਕਿ ਸਿੱਖ ਬਣਨਾ ਪਵੇਗਾ ਕਿ ਈਸਾਈ ਕਿ ਮੁਸਲਮਾਨ ਬਣਨਾ ਪਵੇਗਾ। ਇਸੇ ਵਾਸਤੇ ਬੁੱਲੇ ਸ਼ਾਹ ਨੇ ਕਿਹਾ ਸੀ, ਅਮਲਾਂ ਉੱਤੇ ਹੋਣ ਨਵੇੜੇ ਖੜੀ ਰਹਿਣਗੀਆਂ ਜਾਤਾਂ। ਜਿਹੜੇ ਆਪਣੇ ਅਮਾਲਾਂ ਦੀ ਤਰਫ ਧਿਆਨ ਦਿੰਦੇ ਹਨ, ਕਰਮਾਂ ਦੀ ਤਰਫ ਧਿਆਨ ਦਿੰਦੇ ਹਨ, ਉੱਥੇ ਉਹਨਾਂ ਦਾ ਹੀ ਹਿਸਾਬ ਕਿਤਾਬ ਹੁੰਦਾ ਹੈ। ਜਿਨ੍ਹਾਂ ਨੂੰ ਜਾਤਾਂ ਪਾਤਾਂ ਦਾ ਹੰਕਾਰ ਔਰ ਗਰੂਰ ਹੈ, ਕਿਸੇ ਨੇ ਨਹੀਂ ਪੁੱਛਣਾ। ਇਸੇ ਤਰ੍ਹਾਂ ਪਲਟੂ ਸਾਹਿਬ ਸਮਝਾਉਂਦੇ ਹਨ, ਪਲਟੂ ऊंची जात का मत कोई करे हंकार, साहब के दरबार में केवल भगत प्यार। ਮਤੇ ਕਿਸੇ ਦੇ ਮਨ ਵਿੱਚ ਇਹ ਖਿਆਲ ਹੋਵੇ ਕਿ ਮੈਂ ਬ੍ਰਾਹਮਣਾਂ ਦੇ ਘਰ ਜਨਮ ਲਿਆ ਹੈ, ਮੈਨੂੰ ਹੀ ਫਖਰ ਹਾਸਲ ਹੋ ਸਕਦਾ ਹੈ ਕਿ ਮੈਂ ਵਾਪਸ ਜਾ ਕੇ ਮਾਲਕ ਦੀ ਭਗਤੀ ਕਰ ਸਕਾਂ, ਜਾਂ ਮੈਂ ਕਿਸੇ ਹੋਰ ਜਾਤੀ ਅੰਦਰ ਜਨਮ ਲੈ ਬੈਠਾ ਹਾਂ, ਮੈਂ ਕਦੇ ਵੀ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ। ਪਲਟੂ ਸਾਹਿਬ ਕਹਿੰਦੇ, ਖਿਆਲ ਹੀ ਹਮੇਸ਼ਾ ਵਾਸਤੇ ਆਪਣੇ ਅੰਦਰੋਂ ਕੱਢ ਦਿਓ। ਉਸ ਪਰਮਾਤਮਾ ਦੇ ਘਰ ਪਹੁੰਚਣ ਵਾਸਤੇ ਤਾਂ ਸਿਰਫ ਭਗਤੀ ਦੀ ਲੋੜ ਪੈਂਦੀ ਹੈ, ਸਿਰਫ ਪਿਆਰ ਦੀ ਲੋੜ ਪੈਂਦੀ ਹੈ। इतना गुरु साहब ने जाता पाता का खंडन किया है। बिन नाम में सब नीच जात है, विष्टा के कीड़े हुए। जिहड़े मालिक दी भगती नहीं करते उन्हां तो ज्यादा नीची जात वाला होर कौन होवेगा, जिन्हां ने मौत तो बाद जाके विष्टा दे कीड़े बनना है, गंदगी दे कीड़े बनना है। किन्हां दी उच्ची जात है, जिस नाम हृदय सो ऊंचे ऊंचा सच्चे आप समावणिया। जिन्हां दे हृदय दे अंदर वो परमात्मा वस जाता है, उसका प्यार वस जाता है। वो उच्चे तो उच्चे हन, सुच्चे तो सुच्चे हन, सच्चे परमात्मा दे अंदर जाके समा जाते हैं। इस वास्ते महात्मा कहते मालिक नूं तां केवल अपनी भगती प्यारी है, मालिक नूं तां केवल अपना प्यार प्यारा है। हुण मन विच ख्याल पैदा हुंदा है कि मालिक तां असीं कदे देखिया नहीं, असी ਉਹਦੀ ਭਗਤੀ किस तरह कर सकते हाँ, असी ਉਹਦੇ ਨਾਲ प्यार किस तरह कर सकते हाँ। साडा ਤਾਂ दुनिया के शक्लों और पदार्थों ਨਾਲ प्यार है, क्योंकि इन्हां ਨੂੰ देखिया है, इन्हां दी असी वाकिफ हाँ। माता पिता ने जन्म दिता है, कुदरती तौर पर प्यार हो जाता है। असी अपने बाल बच्चों को जन्म दिता है, सानू कुदरती तौर पर उन्हां नाल प्यार पैदा हो जाता है। जातां पातां कौमां नाल प्यार है, इन्हां विच ही जम्मे पड़े हैं। जायदादां नाल प्यार है, साडे खून पसीने दीयां कमाईयां हन, विरासत विच मिलियां होईयां हन। बीवी नाल प्यार है, यारां दोस्तां नाल प्यार है, 25-25 30-30 40-40 साल तो साडा साथ चलिया आ रहा है। लेकिन वो मालिक जिसकी किसी को शक्ल का पता नहीं, रंग का पता नहीं, रूप का पता नहीं, उस परमात्मा नाल साडा प्यार किस तरह पैदा हो सकता है। ये दुनिया का मोह और दुनिया का प्यार साडे अंदरों निकल किस तरह सकता है, और उस मालिक का मोह, मालिक का प्यार साडे अंदर पैदा किस तरह हो सकता है। गुरु साहब अगे बड़ी अच्छी तरह खोल के जवाब देंदे हैं। हर की पूजा दुलंब है संतो, कहना कछु न जाई। संतो गुरमुख पूरा पाई, नाम पूजा
कराई। ਗੁਰੂ ਸਾਹਿਬ ਕਹਿੰਦੇ ਸਾਡਾ ਮਨ ਹੈ ਜਿਹੜਾ ਦੁਨੀਆ ਦੇ ਸ਼ਕਲਾਂ ਦੁਨੀਆ ਦੇ ਪਦਾਰਥਾਂ ਦੇ ਮੋਹ ਔਰ ਪਿਆਰ ਵਿੱਚ ਫਸਿਆ ਹੋਇਆ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮਾਇਆ ਮੋਹ ਸਭ ਜਗ ਸੋਇਆ ਪਰਮ ਕਹੋ ਕਿਉਂ ਜਾਈ। ਸਭ ਦੁਨੀਆ ਦੇ ਜੀਵ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਨ। ਮਾਲਕ ਦਾ ਕਿਸੇ ਨੂੰ ਪਤਾ ਨਹੀਂ ਹੈ, ਇਹ ਭਰਮ ਚੋਂ ਨਹੀਂ ਨਿਕਲਦੇ। ਐਸ ਰਚਨਾ ਦੇ ਸ਼ਕਲਾਂ ਔਰ ਪਦਾਰਥਾਂ ਨੂੰ ਅਸਲ ਸਮਝ ਕੇ ਇਹਨਾਂ ਦੇ ਮੋਹ ਔਰ ਪਿਆਰ ਵਿੱਚ ਫਸੇ ਹੋਏ ਹਨ। ਜਿਹੜਾ ਅਸਲ ਹੈ ਉਹ ਪਰਮਾਤਮਾ ਹੈ, ਉਸ ਨੂੰ ਸਭ ਦੁਨੀਆ ਦੇ ਜੀਵ ਭੁੱਲੇ ਬੈਠੇ ਹਨ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਮਨ ਹੈ ਜਿਹੜਾ ਦੁਨੀਆ ਦੇ ਸ਼ਕਲਾਂ ਔਰ ਪਦਾਰਥਾਂ ਦੇ ਮੋਹ ਔਰ ਪਿਆਰ ਵਿੱਚ ਫਸਿਆ ਹੋਇਆ ਹੈ। ਸਾਡਾ ਮਨ ਕਦੋਂ ਦੁਨੀਆ ਦਾ ਮੋਹ ਔਰ ਪਿਆਰ ਛੱਡੇਗਾ? ਕਿਉਂਕਿ ਮਨ ਸਾਡਾ ਲੱਜ਼ਤ ਦਾ ਆਸ਼ਿਕ ਹੈ। ਜਿਤਨਾ ਚਿਰ ਇਸ ਨੂੰ ਦੁਨੀਆ ਦੇ ਮੋਹ ਤੋਂ ਦੁਨੀਆ ਦੇ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਨਹੀਂ ਮਿਲੇਗਾ, ਇਹ ਦੁਨੀਆ ਦਾ ਮੋਹ ਦੁਨੀਆ ਦਾ ਪਿਆਰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹ ਕਿਸ ਚੀਜ਼ ਦੀ ਲੱਜ਼ਤ ਹੈ, ਕਿਸ ਚੀਜ਼ ਦਾ ਪਿਆਰ ਹੈ ਜਿਸ ਨੂੰ ਪਾ ਕੇ ਹੀ ਸਾਡਾ ਮਨ ਦੁਨੀਆ ਦਾ ਮੋਹ ਛੱਡਦਾ ਹੈ, ਦੁਨੀਆ ਦਾ ਪਿਆਰ ਛੱਡਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਤਿਰਗ ਜੀਵਾ। ਸਾਡਾ ਮਨ ਜਿਹੜਾ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਕੌਮਾਂ ਮਸਪਾਂ ਮੁਲਕਾਂ ਦੇ ਮੋਹ ਔਰ ਪਿਆਰ ਵਿੱਚ ਫਸ ਕੇ ਦਿਨ ਰਾਤ ਹਿਰਨ ਦੀ ਤਰ੍ਹਾਂ ਭਟਕਦਾ ਔਰ ਤੜਫਦਾ ਫਿਰਦਾ ਹੈ, ਜਿਸ ਵਕਤ ਇਸ ਨੂੰ ਅੰਮ੍ਰਿਤ ਭਰਿਆ ਹੋਇਆ ਨਾਮ ਅੰਦਰੋਂ ਮਿਲ ਜਾਂਦਾ ਹੈ, ਇਸ ਦੇ ਅੰਦਰ ਤ੍ਰਿਪਤ ਆ ਜਾਂਦੀ ਹੈ, ਇਸ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ, ਸਬਰ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ। ਕਿਉਂ ਆ ਜਾਂਦਾ ਹੈ? ਹਰ ਹਰ ਨਾਮ ਅੰਮ੍ਰਿਤ ਰਸ ਮੀਠਾ। ਕਿਉਂਕਿ ਉਹ ਜਿਹੜਾ ਨਾਮ ਹੈ ਉਹ ਅੰਮ੍ਰਿਤ ਹੈ ਔਰ ਉਸ ਦੀ ਲੱਜ਼ਤ ਬਹੁਤ ਮਿੱਠੀ ਹੈ। ਕਿਉਂਕਿ ਮਨ ਲੱਜ਼ਤ ਦਾ ਆਸ਼ਿਕ ਹੈ। ਜਿਤਨਾ ਚਿਰ ਸਾਡੇ ਮਨ ਨੂੰ ਦੁਨੀਆ ਦੇ ਮੋਹ ਔਰ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਨਹੀਂ ਮਿਲੇਗਾ, ਇਹ ਦੁਨੀਆ ਦਾ ਮੋਹ ਦੁਨੀਆ ਦਾ ਪਿਆਰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਅਗਰ ਕੋਈ ਕੰਗਾਲ ਕੌਡੀਆਂ ਮੰਗਦਾ ਫਿਰਦਾ ਹੈ, ਤੁਸੀਂ ਕੌਡੀ ਲੈਣ ਦੀ ਕੋਸ਼ਿਸ਼ ਕਰੋ, ਉਹ ਤੁਹਾਡਾ ਮਰਨ ਮਾਰਨ ਤੱਕ ਜਾਵੇਗਾ। ਤੁਸੀਂ 10 ਰੁਪਏ ਦਾ ਨੋਟ ਉਹਦੇ ਹੱਥ ਵਿੱਚ ਰੱਖ ਦਿਓ, ਕੌਡੀਆਂ ਵਾਲੀ ਮੁੱਠ ਤਾਂ ਆਪਣੇ ਆਪ ਹੀ ਢਿੱਲੀ ਹੋ ਜਾਂਦੀ ਹੈ। ਜਿਸ ਨੂੰ ਮਿੱਠੀ ਚੀਜ਼ ਖਾਣ ਨੂੰ ਮਿਲ ਜਾਂਦੀ ਹੈ ਉਸ ਦਾ ਫਿੱਕੀ ਚੀਜ਼ ਦੀ ਤਰਫ ਧਿਆਨ ਨਹੀਂ ਜਾਂਦਾ। ਗੁਰੂ ਸਾਹਿਬ ਕਹਿੰਦੇ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਕੇ ਸਾਧ ਲਾਹੇ। ਜਿਸ ਸ਼ਬਦ ਦੇ ਨਾਲ ਗੁਰਮੁਖ ਸਾਡੇ ਖਿਆਲ ਨੂੰ ਅੰਦਰੋਂ ਜੋੜਦੇ ਹਨ ਉਸ ਦੀ ਲੱਜ਼ਤ ਤਾਂ ਬਹੁਤ ਜ਼ਿਆਦਾ ਮਿੱਠੀ ਹੈ, ਲੇਕਿਨ ਉਹ ਚੱਖਣ ਨਾਲ ਤਲਕ ਰੱਖਦੀ ਹੈ, ਗੱਲਾਂ ਬਾਤਾਂ ਦਾ ਮਜ਼ਮੂਨ ਨਹੀਂ ਹੈ। ਜਦੋਂ ਮਨ ਨੂੰ ਉਹ ਲੱਜ਼ਤ ਮਿਲ ਜਾਂਦੀ ਹੈ, ਮਨ ਆਪਣੇ ਆਪ ਹੀ ਇੰਦਰੀਆਂ ਦੇ ਭੋਗਾਂ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਰਸਤਾਂ ਛੱਡ ਬੈਠਦਾ ਹੈ। ਜਿਸ ਨੂੰ ਹੀਰੇ ਜਵਾਹਰਾਤ ਮਿਲ ਜਾਣਗੇ ਉਹ ਕੌਡੀਆਂ ਵਾਂਗ ਦਰਬਦਰ ਠੋਕਰਾਂ ਨਹੀਂ ਖਾਂਦੇ। ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਰਸਾ ਖੇਲਦੀਆਂ ਹਨ ਜਿਤਨਾ ਚਿਰ ਉਹਨਾਂ ਦੀ ਸ਼ਾਦੀ ਨਹੀਂ ਹੁੰਦੀ। ਉਹ ਸ਼ਬਦ ਔਰ ਨਾਮ ਦੀ ਜਿਹੜੀ ਅਟੈਚਮੈਂਟ ਹੈ ਉਹ ਆਟੋਮੈਟਿਕਲੀ ਸਾਨੂੰ ਦੁਨੀਆ ਤਰਫੋਂ ਡਿਟੈਚ ਕਰਨਾ ਸ਼ੁਰੂ ਕਰ ਦਿੰਦੀ ਹੈ। ਅਗਰ ਤੁਸੀਂ ਕਿਸੇ ਲੜਕੀ ਨੂੰ ਸ਼ਾਦੀ ਕਰਨ ਤੋਂ ਪਹਿਲਾਂ ਸਮਝਾਓ, ਦੇਖ ਬੇਟਾ ਤੇਰੀ ਸ਼ਾਦੀ ਦੀ ਤਾਰੀਖ ਬੜੀ ਨਜ਼ਦੀਕ ਆ ਗਈ ਹੈ, ਹੁਣ ਤੂੰ ਮਾਤਾ ਪਿਤਾ ਦਾ ਪਿਆਰ ਛੱਡ ਦੇ, ਭੈਣਾਂ ਭਰਾਵਾਂ ਦਾ ਪਿਆਰ ਛੱਡ ਦੇ, ਸਖੀਆਂ ਸਹੇਲੀਆਂ ਦਾ ਪਿਆਰ ਛੱਡ ਦੇ। ਉਹ ਵਿਚਾਰੀ ਕਿਤਨੀ ਕੋਸ਼ਿਸ਼ ਕਰਦੀ ਰਹੇ ਕਦੇ ਕਾਮਯਾਬ ਨਹੀਂ ਹੋ ਸਕਦੀ। ਜਦੋਂ ਉਸਦੀ ਪਤੀ ਨਾਲ ਸ਼ਾਦੀ ਹੋ ਜਾਂਦੀ ਹੈ ਉਸਦਾ ਪਿਆਰ ਪੈਦਾ ਹੋ ਜਾਂਦਾ ਹੈ, ਮਾਤਾ ਪਿਤਾ ਵੀ ਭੁੱਲ ਜਾਂਦੇ ਹਨ, ਭੈਣ ਭਾਈ ਵੀ ਭੁੱਲ ਜਾਂਦੇ ਹਨ, ਸਖੀਆਂ ਸਹੇਲੀਆਂ ਵੀ ਭੁੱਲ ਜਾਂਦੀਆਂ ਹਨ। ਇੱਕ ਆਦਮੀ ਦੇ ਮੋਹ ਔਰ ਪਿਆਰ ਨੇ ਸਭ ਦੁਨੀਆ ਦਾ ਉਹਦੇ ਅੰਦਰੋਂ ਮੋਹ ਔਰ ਪਿਆਰ ਕੱਢ ਦਿੱਤਾ। ਸੋ ਇਸੇ ਤਰ੍ਹਾਂ ਮਹਾਤਮਾ ਕਹਿੰਦੇ ਹਨ ਉਸ ਸ਼ਬਦ ਔਰ ਨਾਮ ਦੀ ਜਿਹੜੀ ਅਟੈਚਮੈਂਟ ਹੈ ਸਭ ਦੁਨੀਆ ਦੀ ਤਰਫੋਂ ਸਾਨੂੰ ਡਿਟੈਚ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਗੁਰ ਪ੍ਰਸਾਦੀ ਸੱਚੀ ਲਿਵ ਲਾਏ। ਜਦੋਂ ਅਸੀਂ ਗੁਰਮੁਖਾਂ ਦੇ ਉਪਦੇਸ਼ ਉੱਤੇ ਚੱਲ ਕੇ ਸ਼ਬਦ ਦੇ ਨਾਲ ਖਿਆਲ ਜੋੜਦੇ ਹਾਂ, ਸਾਡੇ ਅੰਦਰੋਂ ਝੂਠੀ ਦੁਨੀਆ ਦਾ ਝੂਠਾ ਮੋਹ ਝੂਠਾ ਪਿਆਰ ਨਿਕਲ ਜਾਂਦਾ ਹੈ। ਸੱਚੇ ਪਰਮਾਤਮਾ ਦਾ ਸੱਚਾ ਮੋਹ ਸੱਚਾ ਪਿਆਰ ਪੈਦਾ ਹੋ ਜਾਂਦਾ ਹੈ। ਇਸ ਵਾਸਤੇ ਗੁਰਮੁਖ ਸਾਡੇ ਖਿਆਲ ਨੂੰ ਉਸ ਸ਼ਬਦ ਦੇ ਨਾਲ ਜੋੜਦੇ ਹਨ, ਉਸ ਨਾਮ ਦੇ ਨਾਲ ਜੋੜਦੇ ਹਨ। ਮੈਂ ਅਰਜ਼ ਕੀਤੀ ਸੀ ਗੁਰੂ ਘਰ ਦੀ ਬਾਣੀ ਉਸ ਸ਼ਬਦ ਦੀ ਮਹਿਮਾ ਨਾਲ ਭਰੀ ਹੋਈ ਹੈ, ਨਾਮ ਦੀ ਮਹਿਮਾ ਨਾਲ ਭਰੀ ਹੋਈ ਹੈ। ਲੇਕਿਨ ਆਪ ਕਿਹੜੇ ਸ਼ਬਦ ਦੀ ਮਹਿਮਾ ਕਰਦੇ ਹਨ? ਜਿਸ ਸ਼ਬਦ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜੇ ਹਨ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨਾਮੇ ਹੀ ਤੇ ਸਭ ਕੁਛ ਹੁਆ ਬਿਨ ਸਤਿਗੁਰ ਨਾਮ ਨ ਜਾਪੇ।
उस शब्द की असी लज्जत हासिल करनी है जिस शब्द ने सारी दुनिया की रचना पैदा की है, जिस शब्द और नाम ते खंड ब्रह्मंड साडे खड़े हैं। गुरु साहब कहते खोजत खोजत खोजिया नाम बिना सब कुछ। असी खोज खोज के रिसर्च कर करके इस नुकते और पॉइंट ते पहुंचे हाँ, उस नाम के बगैर सब ने नाश हो जाना है, सब ने फना हो जाना है। सो असी उस नाम की खोज करना चाहते हाँ जिहड़ा कदे नाश नहीं हुंदा, कदे फना नहीं हुंदा। जो कुछ आप अखां नाल देख रहे हैं पंजां तत्तां दा बनिया होया है। जो कुछ पंजां तत्तां दा बनिया होया है सब ने नाश हो जाना है, सब ने फना हो जाना है। लेकिन वो क्रिएटिव पावर जिसने पंज तत्व पैदा किए हैं वो कदे नाश नहीं हुंदी, वो कदे फना नहीं हुंदी। गुरु साहब उस शब्द की महिमा करते हैं, गुरु घर उस नाम की महिमा करता है। और वो जड़ा शब्द और नाम है तुसी खुद सोचो लिखण विच किस तरह आ सकता है, पढ़न विच किस तरह आ सकता है, बोलण विच किस तरह आ सकता है। जिस नाम ने दुनिया की रचना पैदा की है, जिसके आधार खंड ब्रह्मंड खड़े हैं, वो 100 साल 500 साल 1000 साल पुराना किस तरह हो सकता है। वो पंजाबी अंदर, हिंदी अंदर, संस्कृत जबाना अंदर किस तरह लिखा जा सकता है। इसी वास्ते हजूर महाराज जी अनरिटन लॉ अनस्पोकन लैंग्वेज कह के समझाया करते सन। इसी वास्ते क्राइस्ट ने क्या हैविंग आईज ये सी नॉट, हैविंग ईयर ये हियर नॉट। अखां होने के बावजूद तुसी उन्हों देख नहीं सकते, कंन होने के बावजूद तुसी उन्हों सुन नहीं सकते। इसी वास्ते गुरु घर ने क्या है अखां बाजों वेखना बिन कन्ना सुनना, पैरां बाजों चलना बिन हथा करना, जीबे बाजों बोलना यो जीवत मरना, नानक हुक्म पछाण के त्यों खसमे मिलना। तुसी उस शब्द या नाम या हुक्म नूं पकड़ के अपने खसम के परमात्मा नूं मिलोगे जिन्हों थोड़ियां अखां कदी नहीं देखदियां, जिसनों आ कंन कदे सुन नहीं सकते, आ जबान कदे बयान नहीं कर सकती, आ हथ कदे लिख नहीं सकते, उत्थे पैर लैके पहुंच नहीं सकते। जिस चीज नूं असी अपने अंदरों जींदे जी मर के हासिल करना है। जींदे जी मरन का मतलब कि नवां दुबारिया चो ख्याल कढ़ के अखां पिछे लिया के हासिल करना है। इसे वास्ते गुरु साहब कहते 9 दर ठाके तावत रहाए, 10वें निज कर वासा पाए। उत्थे अनहद शब्द वजे दिन राती गुरमती शब्द सुनावणिया। तुसी नवां दुबारिया चो ख्याल कढ़ के अखां पिछे इकट्ठा करो, तुसी अपने घर दे दरवाजे ते पहुंच जाओगे। और उस घर दे दरवाजे भी की है उत्थे हर एक दे अंदर अनहद शब्द टुणकारा दे गया है। वो दिन नूं भी वजदा है, रात नूं भी वजदा है, वो चोरा अंदर भी है, ठग्गा अंदर भी है, साधु संता महात्मा अंदर भी है। उत्थे किसी कौम दा, मजहब दा, मुल्क दा सवाल पैदा नहीं हो सकता। वो मिठी तो मिठी, सरीली तो सरीली आवाज जिहड़ी कि मालिक दी दरगाह तो आ रही है, तुहाडे हर एक दे अखां पिछे टुणकारा दे रही है। तुसी उस आवाज नूं अपने अंदरों सुनो, उस शब्द और नाम दे प्रकाश नूं अपने अंदरों देखो। जिस नाम दी गुरु कर महिमा करता है और अंदर धुनी भी है, आवाज भी है। ताइये गुरु नानक साहब नूं निर्मल नाद कह के याद करते हैं। और अंदर ज्योति भी है और अंदर प्रकाश भी है। इसे वास्ते गुरु नानक साहब कहते राम नाम है जोत सुबाई तत कुर्बत काढ़ लीजे। वो जिहड़ी राम नाम की जोत हर एक दे अंदर जग रही है। उत्थे किसी कौम और मजहब का सवाल पैदा नहीं हुंदा। तुसी गुरमुखां दे उपदेश ते चलो, उस नुकते और पॉइंट ते पहुंचो जिथे वो जोत जगदी है। किस किस्म की जोत है जिसनों कदे बत्ती की लोड़ नहीं पैंदी, जिसनों कदे तेल की लोड़ नहीं पैंदी, जिहड़ी 24 घंटे हर एक दे अंदर जगन लगी हुई है। हर एक महात्मा ने उस जोत का या प्रकाश का जिक्र किया है। कबीर साहब कहते दीवा बले अगम का बिन बाती बिन तेल, बगैर बत्ती और तेल तो जोत हर एक दे अंदर जगदी है। बुद्धा ने इसे वास्ते उन्होंने अखंड जोत कह के याद किया सी। और उससे जोत का पलटू साहब जिक्र करते हैं उल्टा कुआं गगन में तिसमें जड़े चिराग, तिसमें जड़े चिराग बिन रोगन बिन बाती 6 रुत 12 मास रह चलता दिन राती। साडे सिर दे उपरले हिस्से नूं उल्टा कुआं कह के बयान करते हैं।
कुएं दी बॉटम नीचे की तरफ है, साढ़े सिर की बॉटम कह लो ऊपर की तरफ है। क्या अखा पिछे ख्याल इकट्ठा करो, उत्थे तुहानू जोत जगदी है। साल दियां 6 रुत्तां हन, 12 महीने हन, दिन रात हन कि 24 घंटे हर एक दे अंदर जग रही है। बत्ती दी लोड़ नहीं पैंदी, तेल दी लोड़ नहीं पैंदी। क्राइस्ट ने कहा सी, इफ दाई आई बी सिंगल दाई होल बॉडी शैल बी फुल ऑफ लाइट। अगर तुसी एक अख वाले बन जावो, थोड़ा सारा जिस्म नूर और प्रकाश के नाल भर जाएगा। तो असी अपने अंदरों उस शब्द या नाम की आवाज नू सुनना है, उस शब्द और नाम के प्रकाश नू देखना है। आवाज के जरिए अंदरों घर का रुख कायम करना है, प्रकाश के जरिए रूहानी सफलता करना है, मंजिल दर मंजिल अपने घर चले जाना है। उन्होंने महात्मा शब्द या नाम या सच्चा शब्द या सच्चा नाम कहते हैं। उसकी लज्जत इतनी उच्ची और सुच्ची है, उस लज्जत नूं पा के मन अपने आप ही इंद्रियां दे भोगां विषयां वकारां शराबां नूं छड़ दिंदा है। सो गुरु घर उस नाम की महिमा करता है, उस शब्द की महिमा करता है। इस वास्ते इत्थे गुरु नानक साहब कहते, गुरमुख के संतो गुरमुख पूरा पाई, नामो पूज कराई। अगर तेनों कोई मालिक का भगत और प्यारा मिल जाए, वो तेनों शब्द और नाम की कमाई करने का तरीका और साधन समझा देवे, फिर तू उस मालिक की भक्ति कर सकता है, उस मालिक की पूजा कर सकता है जिस परमात्मा नूं तू कदे अखां नाल देखिया नहीं, जिसनूं तैनूं कदे मिलन का मौका नहीं मिलिया। फिर तू नाम की कमाई करके उस मालिक नाल प्यार पैदा हो जाएगा। और जिन्ना चीज़ां नूं तू दिन रात देखण लगा होया है, इन्हां चों तेरा मोह और प्यार निकल जाएगा। जिस परमेश्वर नूं तू कदे तेरा अखां नाल नहीं देखिया, उस परमात्मा नाल तेरा मोह और प्यार पैदा हो जाएगा। सो वो जिहड़ा नाम की कमाई है, वो दुनिया चो मोह कढ़दी है, मालिक नाल प्यार पैदा करती है, और आत्मा तो जो गंदे गंदे खिलाफ चढ़े हुंदे हन, उन्हां नूं दूर कर दिंदी है। इसी वास्ते गुरु साहब कहते, शब्दे साध जाने ता आप पछाणे। जिहड़े शब्द के अंदरों लज्जत हासिल करते हैं, वो अपने आप को पहचानने के काबिल बन जाते हैं। असी कदों अपने आप को पहचानते हैं, जदों असी मन और माया के दायरे तो पार हो जाते हैं, जदों साडे आत्मा तो सब गंदे गंदे गिलाफ उतर जाते हैं, जदों साडे रूह और मन की गठ खुल जाती है। गुरु साहब कहते, जिन अंतर शब्द आप पछाणे, गत मित तिन ही पाई। जिहड़े अंदरों शब्द नूं पकड़ के अपने आप नूं पहचानते हैं कि मन और माया के दायरे तो पार जाते हैं, जिन्हां दे आत्मा तो सब गंदे गंदे गिलाफ उतर जाते हैं, वो अपने आप नूं पहचानण दे काबिल बन जाते हैं। उन्हां नूं की फायदा प्राप्त हुंदा है? मनुआ सुन सवार लगाए, ज्योति जोत मलाई। उन्हां दा मन वापस ब्रह्म त्रिकुटी अपने ठिकाने ते पहुंच जाता है। उन्हां दी आत्मा मन दे पंजे तो आजाद हो जाती है। उन्हां दी ज्योति वापस जाके जोत विच रल जाती है। सो गुरु साहब कहते, इस वास्ते सी गुरमुखां कोल जाके उस शब्द की कमाई करनी है, नाम की कमाई करनी है, ताकि इस माया चो साडा मोह और प्यार निकल जाए, मालिक नाल साडा मोह और प्यार पैदा हो जाए। इस वास्ते कहते हैं, ये केवल शब्द और नाम की ही कमाई है, जिसके जरिए रचना चो मोह और प्यार निकलता है, मालिक नाल साडा मोह और प्यार पैदा होता है। संत गुरमुख पूरा पाई, नाम पूज कराई। हर दिन सब कुछ मैला संत क्या हाँ पूज चढ़ाई। ਹੁਣ ਜਦੋਂ ਵੀ ਅਸੀਂ ਕਿਸੇ ਦੀ ਭਗਤੀ ਔਰ ਪੂਜਾ ਵਾਸਤੇ ਜਾਂਦੇ ਹਾਂ, ਤੁਸੀਂ ਮੰਦਰ ਵਿੱਚ ਜਾਓ, ਗੁਰਦੁਆਰੇ ਵਿੱਚ ਜਾਓ, ਗਿਰਜੇ ਵਿੱਚ ਜਾਓ, ਕਿਸੇ ਸਿਨਾਗੋਗ ਜਾਓ, ਕਿਤੇ ਵੀ ਜਾਓ, ਅਸੀਂ ਖਾਲੀ ਹੱਥ ਕਦੇ ਨਹੀਂ ਜਾਂਦੇ। ਕੋਈ ਸੋਨਾ ਚਾਂਦੀ ਪੇਸ਼ ਕਰ ਆਉਂਦਾ ਹੈ, ਕੋਈ ਰੁਪਏ ਪੈਸੇ ਪੇਸ਼ ਕਰਦਾ ਹੈ, ਕੋਈ ਦਾਣੇ ਪੇਸ਼ ਕਰ ਆਉਂਦਾ ਹੈ, ਗਰੀਬ ਆਦਮੀ ਫੁੱਲ ਹੀ ਪੇਸ਼ ਕਰ ਆਉਂਦਾ ਹੈ, ਕੋਈ ਨਾਰੀਅਲ ਪੇਸ਼ ਕਰ ਆਉਂਦਾ ਹੈ। लेकिन गुरु नानक साहब कहते, तुसी सोच के देखो, क्या ये चीज़ां मालिक दे भगती और पूजा करने दे काबिल है? क्योंकि मालिक तो बगैर तो सब ने नाश हो जाना है, सब ने फना हो जाना है।
ਜੋ ਕੁਝ ਵੀ ਦੁਨੀਆ ਅੰਦਰ ਤੁਸੀਂ ਅੱਖਾਂ ਨਾਲ ਦੇਖਦੇ ਹੋ ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾਹ ਹੋ ਜਾਣਾ ਹੈ। ਸਿਰਫ ਇੱਕ ਪਰਮਾਤਮਾ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਕਦੇ ਫਨਾਹ ਨਹੀਂ ਹੁੰਦਾ। ਜਪਜੀ ਸਾਹਿਬ ਦੀ ਰੋਜ਼ ਪਹਿਲੀ ਪੌੜੀ ਵਿੱਚ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਆ ਸਭ ਤੋਂ ਪਹਿਲਾਂ ਉਹ ਮਾਲਕ ਸੀ, ਸਭ ਕੁਝ ਉਸ ਮਾਲਕ ਨੇ ਪੈਦਾ ਕੀਤਾ ਹੈ। ਸਤਯੁਗ ਵਿੱਚ ਵੀ ਉਹ ਸੀ, ਤ੍ਰੇਤੇ ਔਰ ਦੁਆਪਰ ਵਿੱਚ ਵੀ ਉਹ ਸੀ, ਹੁਣ ਵੀ ਉਹ ਹੈ, ਅੱਗੇ ਵੀ ਉਸੇ ਪਰਮਾਤਮਾ ਨੇ ਰਹਿਣਾ ਹੈ। ਤੁਸੀਂ ਆਮ ਆਸਾ ਦੀ ਵਾਰ ਵਿੱਚ ਪੜ੍ਹਦੇ ਹੋ, ਕੂੜ ਕੂੜੇ ਲਿਓ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾਰ। ਇਹ ਜਿਹੜਾ ਜਿਸਮ ਹੈ, ਜਿਸ ਕਰਕੇ ਸਾਡਾ ਸਾਰੀ ਦੁਨੀਆ ਨਾਲ ਤਲਕ ਹੈ, ਗੁਰੂ ਸਾਹਿਬ ਕਹਿੰਦੇ ਇਹ ਵੀ ਕੂੜ ਹੈ, ਇਹ ਵੀ ਕਾਲ ਦਾ ਪਿੰਜਰਾ ਹੈ, ਪਰਾਇਆ ਮਕਾਨ ਹੈ, ਕਿਰਾਏ ਦਾ ਮਕਾਨ ਹੈ। ਕਿਸੇ ਨੂੰ 60-70 ਸਾਲ ਵਾਸਤੇ ਮਿਲਿਆ ਹੈ, ਕਿਸੇ ਨੂੰ 80-90 ਸਾਲ ਵਾਸਤੇ ਮਿਲਿਆ ਹੈ। ਜਿਤਨੇ ਜਿਤਨੇ ਸਵਾਸ ਭੁਗਤਣੇ ਹਨ, ਭੁਗਤਣ ਤੋਂ ਬਾਅਦ ਕੋਈ ਉਹਨੂੰ ਅਗਨੀ ਦੇ ਸਪੁਰਦ ਕਰਕੇ ਛੱਡ ਜਾਂਦਾ ਹੈ, ਕੋਈ ਮਿੱਟੀ ਦੇ ਸਪੁਰਦ ਕਰਕੇ ਛੱਡ ਜਾਂਦਾ ਹੈ। ਜਦੋਂ ਦੇਹ ਹੀ ਸਾਡਾ ਸਾਥ ਨਹੀਂ ਦਿੰਦੀ, ਹੋਰ ਕਿਹੜੀ ਦੁਨੀਆ 'ਚ ਚੀਜ਼ ਸਾਡਾ ਸਾਥ ਦੇ ਸਕਦੀ ਹੈ। ਸੋ ਗੁਰੂ ਸਾਹਿਬ ਕਹਿੰਦੇ ਕੂੜ ਇਸ ਕੂੜ ਦੇ ਮੋਹ ਔਰ ਪਿਆਰ ਵਿੱਚ ਫਸਿਆ ਹੋਇਆ ਹੈ। ਆ ਜਿਹੜੀ ਰਚਨਾ ਹੈ ਇਹ ਵੀ ਕੂੜ ਹੈ ਔਰ ਉਸ ਮਾਲਕ ਨੂੰ ਭੁੱਲਿਆ ਬੈਠਾ ਹੈ। ਫਿਰ ਕਹਿੰਦੇ ਅੱਛੀ ਤਰ੍ਹਾਂ ਸੋਚ ਔਰ ਵਿਚਾਰ ਕਰੋ, ਸਾਰੀ ਦੁਨੀਆ ਦੇ ਅੰਦਰ ਕੋਈ ਚੀਜ਼ ਤੁਹਾਡੀ ਭਗਤੀ, ਤੁਹਾਡੀ ਮੁਹੱਬਤ, ਤੁਹਾਡੀ ਪੂਜਾ, ਤੁਹਾਡੇ ਪਿਆਰ ਦੇ ਕਾਬਲ ਨਹੀਂ ਹੈ ਸਿਵਾਏ ਇੱਕ ਪਰਮਾਤਮਾ ਤੋਂ। ਸਭ ਦੇ ਨਾਲ ਲੈਣੇ ਦੇਣੇ ਦਾ ਸੰਬੰਧ ਹੈ, ਗਰਜ਼ਾਂ ਦਾ ਪਿਆਰ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਮਾਤਾ ਪਿਤਾ ਮਾਇਆ ਦੇਸ ਰੋਗੀ, ਰੋਗੀ ਕਟਮ ਸੰਜੋਗੀ। ਸਭ ਦੇ ਉੱਪਰ ਅਗਰ ਸਾਡੇ ਤੇ ਕਿਸੇ ਦਾ ਆਸਾਨ ਹੈ, ਮਾਤਾ ਪਿਤਾ ਦਾ ਆਸਾਨ ਹੈ। ਉਹ ਸਾਨੂੰ ਜਨਮ ਹੀ ਨਹੀਂ ਦਿੰਦੇ, ਸਾਡੀ ਪਰਵਰਿਸ਼ ਵਾਸਤੇ ਕਿਤਨੇ ਕਿਤਨੇ ਦੁੱਖ ਔਰ ਮੁਸੀਬਤਾਂ ਉਠਾਉਂਦੇ ਹਨ। ਲੇਕਿਨ ਗੁਰੂ ਸਾਹਿਬ ਕਹਿੰਦੇ ਉਹ ਵੀ ਸਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ, ਕੋਈ ਮਦਦ ਨਹੀਂ ਕਰ ਸਕਦੇ। ਉਹ ਆਪਣੀ ਪ੍ਰਾਰਬਧ ਲੈ ਕੇ ਆਏ ਹਨ, ਅਸੀਂ ਆਪਣੀ ਪ੍ਰਾਰਬਧ ਲੈ ਕੇ ਆਏ ਹਾਂ। ਬਾਲ ਬੱਚੇ ਸਾਡੇ ਜ਼ਰੀਏ ਪੈਦਾ ਹੁੰਦੇ ਹਨ, ਸਾਡੇ ਬਣ ਕਦੇ ਨਹੀਂ ਸਕਦੇ। ਉਹਨਾਂ ਨੇ ਆਪਣੀ ਡੈਸਟੀਨੀ ਭੁਗਤਣੀ ਹੈ, ਅਸੀਂ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਸਭ ਨੇ ਇੱਕ ਦੂਸਰੇ ਦਾ ਸਾਥ ਛੱਡ ਦੇਣਾ ਹੈ। ਦੇਹ ਨੇ ਵੀ ਤੁਹਾਡਾ ਸਾਥ ਛੱਡ ਦੇਣਾ ਹੈ। ਜਾਇਦਾਦਾਂ ਵਗੈਰਾ ਜ਼ਮੀਨਾਂ ਜੋ ਕੁਝ ਦੇਖਦੇ ਹੋ, ਇਹਨਾਂ ਨੇ ਵੀ ਕਦੇ ਅੱਜ ਤੱਕ ਕਿਸੇ ਦਾ ਸਾਥ ਨਹੀਂ ਦਿੱਤਾ। ਰੋਗੀ ਕਟਮ ਸੋਗੀ, ਰਿਸ਼ਤੇਦਾਰਾਂ ਸਭ ਯਾਰਾਂ ਦੋਸਤਾਂ ਨੇ ਤੁਹਾਨੂੰ ਆਪਣੀ ਪਿੱਠ ਦਿਖਾ ਦੇਣੀ ਹੈ। ਕੋਈ ਜੀਂਦੇ ਜੀ ਛੱਡ ਜਾਂਦਾ ਹੈ, ਕਈਆਂ ਨੂੰ ਅਸੀਂ ਛੱਡ ਕੇ ਇੱਥੋਂ ਚਲੇ ਜਾਂਦੇ ਹਾਂ। ਇਸ ਵਾਸਤੇ ਕਹਿੰਦੇ ਹਰ ਬਿਨ ਸਭ ਕੁਛ ਮੈਲਾ ਸੰਤੋ, ਮਾਲਕ ਦੇ ਬਗੈਰ ਸਭ ਮੈਲ ਹੈ, ਸਭ ਕੂੜ ਹੈ। ਕੋਈ ਚੀਜ਼ ਤੁਹਾਡੀ ਭਗਤੀ, ਤੁਹਾਡੇ ਪਿਆਰ, ਤੁਹਾਡੀ ਪੂਜਾ ਦੇ ਕਾਬਿਲ ਨਹੀਂ ਹੋ ਸਕਦਾ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹਨ ਕਿ ਜਿਹੜੀਆਂ ਚੀਜ਼ਾਂ ਦੇ ਨਾਸ਼ ਹੋ ਜਾਣਾ ਹੈ, ਫਨਾਹ ਹੋ ਜਾਣਾ ਹੈ, ਉਸ ਪਰਮਾਤਮਾ ਦੇ ਭਗਤੀ ਦੇ ਕਾਬਿਲ ਕਿਸ ਤਰ੍ਹਾਂ ਹੋ ਸਕਦੀਆਂ ਹਨ, ਪਰਮਾਤਮਾ ਨੂੰ ਖੁਸ਼ ਕਰਨ ਦੇ ਕਾਬਿਲ ਕਿਸ ਤਰ੍ਹਾਂ ਹੋ ਸਕਦੀਆਂ ਹਨ, ਪਰਮਾਤਮਾ ਦੀ ਪੂਜਾ ਦੇ ਕਾਬਿਲ ਕਿਸ ਤਰ੍ਹਾਂ ਹੋ ਸਕਦੀਆਂ ਹਨ। ਇਹ ਤਾਂ ਪੁਜਾਰੀਆਂ ਨੇ ਆਪਣੇ ਪੇਟ ਦਾ ਰੁਜ਼ਗਾਰ ਬਣਾਇਆ ਹੋਇਆ ਹੈ। ਮਾਲਿਕ ਦੇ ਭਗਤੀ ਦੇ ਵਾਸਤੇ ਤਾਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ। ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ, ਕਿਹੜੀ ਚੀਜ਼ ਸਾਨੂੰ ਪੇਸ਼ ਕਰਨੀ ਚਾਹੀਦੀ ਹੈ, ਮਾਲਕ ਅੱਗੇ ਪੇਂਟ ਕਰਨਾ ਚਾਹੀਦਾ ਹੈ, ਗੁਰੂ ਸਾਹਿਬ ਅੱਗੇ ਇਸ਼ਾਰਾ ਕਰਦੇ ਹਨ। ਹਰ ਬਿਨ ਸਭ ਕੁਛ ਮੈਲਾ ਸੰਤੋ, ਜਹਾਂ ਪੂਜ ਚੜਾਈ। ਹਰ ਸਾਚੇ ਪਾਵੈ ਸਾ ਪੂਜਾ ਹੋਵੇ, ਪਾਣਾ ਮਨ ਵਸਾਈ। ਗੁਰੂ ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਹਰ ਸਾਚਾ ਭਾਵੇ, ਭਰਾਵਾ ਮਾਲਕ ਨੂੰ ਭਾਵੇਗਾ, ਮਾਲਕ ਨੂੰ ਮਨਜ਼ੂਰ ਹੋਵੇਗਾ ਤਾਂ ਤੂੰ ਪਰਮਾਤਮਾ ਦੀ ਭਗਤੀ ਕਰ ਸਕਦਾ ਹੈ। ਅਸੀਂ ਦੁਨੀਆ ਦੇ ਜੀਵ ਅੰਧੇ ਹਾਂ, ਮਾਲਕ ਅੱਖਾਂ ਵਾਲਾ ਹੈ। ਅੰਧੇ ਦੀ ਕੀ ਤਾਕਤ ਹੈ ਅੱਖਾਂ ਵਾਲੇ ਨੂੰ ਪਕੜ ਸਕੇ। ਜਿਤਨਾ ਚਿਰ ਅੱਖਾਂ ਵਾਲਾ ਅੰਧੇ ਨੂੰ ਆਵਾਜ਼ ਨਹੀਂ ਦਿੰਦਾ, ਉਂਗਲੀ ਪਕੜ ਕੇ ਅੰਧੇਰੇ ਚੋਂ ਬਾਹਰ ਨਹੀਂ ਕੱਢਦਾ। ਅਸੀਂ ਇਸ ਮਾਇਆ ਦੇ ਜਾਲ ਵਿੱਚ ਫਸ ਕੇ ਬਿਲਕੁਲ ਅੰਧੇ ਬੋੜੇ ਹੋ ਚੁੱਕੇ ਹਾਂ। ਉਹ ਪਰਮਾਤਮਾ ਹੀ ਕਿਤੇ ਸਾਡੇ ਤੇ ਦਇਆ ਮਿਹਰ ਬਖਸ਼ਿਸ਼ ਕਰੇ ਤਾਂ ਕਿਤੇ ਜਨਮਾਂ ਜਨਮਾਂ ਦੇ ਸੁੱਤੇ ਹੋਏ ਜਾਗਦੇ ਹਾਂ, ਸਾਨੂੰ ਕਿਤੇ ਹੋਸ਼ ਆਉਂਦੀ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ 12 ਮਾਹ ਸ਼ੁਰੂ ਕਰਨ ਲੱਗੇ। ਗੁਰੂ ਸਾਹਿਬ ਕਹਿੰਦੇ ਹਨ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਐ ਪਰਮਾਤਮਾ ਅਸੀਂ ਆਪਣੇ ਕਰਮਾਂ ਕਰਕੇ ਤੇਰੇ ਕੋਲੋਂ ਵਿਛੜੇ ਫਿਰ ਰਹੇ ਹਾਂ। ਸਾਡੇ ਇਖਤਿਆਰ ਹੀ ਨਹੀਂ ਹੈ ਕਿ ਆਪਣੇ ਆਪ ਤੇਰੇ ਤੱਕ ਪਹੁੰਚ ਸਕੀਏ। ਤੂੰ ਸਾਡੇ ਤੇ ਕਿਰਪਾ ਕਰ, ਦਇਆ ਕਰ, ਮਿਹਰ ਕਰ, ਆਪਣੇ ਆਪ ਸਾਨੂੰ ਨਾਲ ਆਪਣੇ ਮੇਲ ਲਾ।
ਅੱਗੇ ਜਾ ਕੇ ਗੁਰੂ ਸਾਹਿਬ ਕਹਿੰਦੇ ਆਪਨ ਲੀਏ ਜੇ ਮਿਲੇ ਵਿਛੜ ਕਿਉਂ ਰੋਵਾਂ। ਐ ਪਰਮਾਤਮਾ ਤੂੰ ਸੋਚ ਸਕਦਾ ਹੈ ਜੇ ਸਾਡੇ ਹੱਥ ਵਿੱਚ ਹੋਵੇ ਤੈਨੂੰ ਮਿਲਣਾ ਸੀ, ਤੇਰੇ ਕੋਲੋਂ ਵਿਛੜ ਕੇ ਅਸੀਂ 84 ਦੇ ਧੱਕੇ ਖਾਂਦੇ ਫਿਰਾਂਗੇ, ਅਸੀਂ ਦੁੱਖ ਔਰ ਮੁਸੀਬਤਾਂ ਉਠਾਉਂਦੇ ਫਿਰਾਂਗੇ, ਅਸੀਂ ਆਪਣੇ ਆਪ ਤੇਰੇ ਕੋਲ ਨਾ ਪਹੁੰਚਾਂਗੇ। ਅਸੀਂ ਇਸੇ ਵਾਸਤੇ ਮਜਬੂਰ ਲਾਚਾਰ ਹੋਏ ਬੈਠੇ ਹਾਂ ਕਿ ਸਾਡੇ ਕਿਸੇ ਦੇ ਹੱਥ ਵਿੱਚ ਹੀ ਕੁਝ ਨਹੀਂ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਆਪੇ ਕਰਤਾ ਕਰੇ ਕਰਾਏ। ਜੋ ਕੁਝ ਕਰਦਾ ਹੈ ਉਹ ਖੁਦ ਪਰਮਾਤਮਾ ਕਰਦਾ ਹੈ। ਜਿਸ ਨੂੰ ਦੇ ਸੋਈ ਜਨ ਪਾਏ, ਹੋਰ ਕੋਈ ਕਿਆ ਕਰੇ ਚਤਰਾਏ। ਜਿਹਦੇ ਤੇ ਉਹ ਬਖਸ਼ਿਸ਼ ਕਰਦਾ ਹੈ, ਜਿਹਨੂੰ ਆਪਣੀ ਭਗਤੀ ਔਰ ਪਿਆਰ ਵਿੱਚ ਲਗਾਉਣਾ ਚਾਹੁੰਦਾ ਹੈ ਉਹ ਉਹਦੀ ਭਗਤੀ ਵਿੱਚ ਲੱਗ ਜਾਂਦਾ ਹੈ। ਜਿਹਨੂੰ ਨਹੀਂ ਲਾਉਣਾ ਚਾਹੁੰਦਾ ਇੱਥੇ ਭਰਮਾਂ ਵਿੱਚ ਫਸ ਕੇ ਭੁੱਲੇ ਫਿਰਦੇ ਹਨ। ਗੁਰੂ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਹਨ ਜਿਸ ਆਪ ਭੁਲਾਏ ਉਹ ਅੱਜ ਕਿੱਥੇ ਪਾਏ। ਜਿਹਨੂੰ ਤੂੰ ਹੀ ਭੰਬਲ ਪੂਸਿਆਂ ਵਿੱਚ ਪਾ ਦੇਵੇਂਗਾ ਉਹ ਕਿਸ ਤਰ੍ਹਾਂ ਵਿਚਾਰਾ ਇਸ 84 ਦੇ ਜੇਲ੍ਹ ਖਾਨੇ ਚੋਂ ਬਾਹਰ ਨਿਕਲ ਸਕਦਾ ਹੈ। ਜੀਵਨ ਮਰਨਾ ਸਭ ਤੁਧੇ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਗੁਰੂ ਸਾਹਿਬ ਕਹਿੰਦੇ ਹਰ ਇੱਕ ਦਾ ਮਰਨਾ ਜੰਮਣਾ ਤੇਰੇ ਆਪਣੇ ਹੱਥ ਵਿੱਚ ਹੈ। ਜਿਨ੍ਹਾਂ ਤੇ ਤੂੰ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਹੀ ਤੇਰੇ ਨਾਲ ਮਿਲਣ ਦੀ ਵਡਿਆਈ ਮਿਲਦੀ ਹੈ। ਇਸ ਵਾਸਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਕਹਿੰਦੇ ਭਗਤੀ ਉਹ ਲੋਕ ਮਾਲਕ ਦੀ ਕਰ ਸਕਦੇ ਹਨ ਜਿਨ੍ਹਾਂ ਨੂੰ ਮਾਲਕ ਚਾਹੁੰਦਾ ਹੈ ਕਿ ਮੇਰੀ ਭਗਤੀ ਵਿੱਚ ਲੱਗਣ। ਲੇਕਿਨ ਭਗਤੀ ਕਿਸ ਤਰ੍ਹਾਂ ਕਰਨੀ ਹੈ? ਭਾਣਾ ਮਨ ਵਸਾਈ, ਮਾਲਕ ਦੇ ਭਾਣੇ ਵਿੱਚ ਰਹਿ ਕੇ ਮਾਲਕ ਦੀ ਭਗਤੀ ਕਰਨੀ ਹੈ। ਭਾਣੇ ਦਾ ਮਤਲਬ ਹੈ ਕਿ ਜਿਸ ਵੀ ਮੌਲਾ ਜਿਸ ਵੀ ਹਾਲਤ ਵਿੱਚ ਰੱਖਦਾ ਹੈ ਉਸੇ ਹਾਲਤ ਵਿੱਚ ਰਹਿੰਦੇ ਹੋਏ ਮਾਲਕ ਦੀ ਭਗਤੀ ਕਰਨੀ ਹੈ। ਮਾਲਕ ਦੇ ਗਾਹਕ ਬਣ ਕੇ ਨਾਮ ਦੀ ਕਮਾਈ ਕਰਨੀ ਹੈ। ਰਚਨਾ ਦੀ ਗਾਹਕ ਬਣ ਕੇ ਮਾਲਕ ਦੀ ਭਗਤੀ ਨਹੀਂ ਕਰਨੀ। ਦੁਨੀਆ ਦੀਆਂ ਖਾਸ਼ਾਂ, ਦੁਨੀਆ ਦੀਆਂ ਤ੍ਰਿਸ਼ਨਾ ਲੈ ਕੇ ਪਰਮਾਤਮਾ ਦੀ ਭਗਤੀ ਨਹੀਂ ਕਰਨੀ। ਮਾਲਕ ਦੇ ਆਸ਼ਿਕ ਬਣ ਕੇ ਮਾਲਕ ਦੀ ਭਗਤੀ ਕਰਨੀ ਹੈ। ਪਹਿਲੀ ਪਾਤਸ਼ਾਹੀ ਕਹਿੰਦੇ ਆਪੇ ਪਰਖੇ ਪਰਖਣ ਹਾਰਾ ਬਹੁਰ ਸੁਲਾਤ ਨਾ ਹੋਈ। ਪਰਖਣ ਵਾਲਾ ਵੀ ਉਹ ਪਰਮਾਤਮਾ ਹੈ। ਜਿਸ ਨੂੰ ਪਰਖਿਆ ਜਾਂਦਾ ਹੈ ਉਹਦੇ ਅੰਦਰ ਵੀ ਉਹ ਪਰਮਾਤਮਾ ਬੈਠਾ ਹੋਇਆ ਹੈ ਔਰ ਉਹ ਆਪਣੀ ਪਰਖ ਦੇ ਕਾਬਲ ਵੀ ਖੁਦ ਹੀ ਪਰਮਾਤਮਾ ਬਣਾਉਂਦਾ ਹੈ। ਜਿਸ ਤਰ੍ਹਾਂ ਉਹਨਾਂ ਦਿਨਾਂ 'ਚ ਲੋਕ ਚਾਂਦੀ ਦੇ ਰੁਪਏ ਲੈ ਕੇ ਖਜ਼ਾਨਚੀ ਕੋਲ ਜਾਂਦੇ ਸੀ, ਖਜ਼ਾਨਚੀ ਉਹਨਾਂ ਰੁਪਇਆਂ ਨੂੰ ਅੱਛੀ ਤਰ੍ਹਾਂ ਪਰਖਦਾ ਸੀ ਇਹ ਖੋਟੇ ਹਨ ਕਿ ਖਰੇ ਹਨ। ਖੋਟੇ ਹੁੰਦੇ ਸੀ ਟੱਕ ਲਾ ਕੇ ਵਾਪਸ ਕਰ ਦਿੰਦਾ ਸੀ, ਖਰੇ ਹੁੰਦੇ ਸੀ ਆਪਣੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਸੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਸਾਨੂੰ ਵੀ ਹਰ ਇੱਕ ਨੂੰ ਪਰਖਿਆ ਜਾਣਾ ਹੈ, ਅਸੀਂ ਖੋਟੇ ਹਾਂ ਕਿ ਖਰੇ ਹਾਂ। ਖੋਟੇ ਹਾਂ 84 ਦੇ ਜੇਲ੍ਹ ਖਾਨੇ ਵਿੱਚ ਭੇਜ ਦੇਵੇਗਾ, ਖਰੇ ਹਾਂ ਆਪਣੇ ਖਜ਼ਾਨੇ ਵਿੱਚ ਦਾਖਲ ਕਰ ਲਵੇਗਾ। ਲੇਕਿਨ ਸਾਨੂੰ ਆਪਣੇ ਪਰਖ ਦੇ ਕਾਬਲ ਕਿਸ ਤਰ੍ਹਾਂ ਬਣਾਉਂਦਾ ਹੈ? ਗੁਰੂ ਸਾਹਿਬ ਕਹਿੰਦੇ ਜਿਸ ਕੋ ਨਜ਼ਰ ਪਈ ਗੁਰ ਮੇਲੇ ਪ੍ਰਭ ਪਾਣਾ ਸੱਚ ਸੋਈ। ਜਿਨ੍ਹਾਂ ਤੇ ਉਸ ਮਾਲਕ ਦੀ ਦਇਆ ਮਿਹਰ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਔਰ ਸੋਭਤ ਦੇ ਦਿੰਦਾ ਹੈ। ਜਦੋਂ ਮਾਲਕ ਦੇ ਭਾਣੇ ਵਿੱਚ ਰਹਿ ਕੇ ਸ਼ਬਦ ਦੀ ਕਮਾਈ ਕਰਦੇ ਹਨ ਉਸ ਪਰਮਾਤਮਾ ਦੇ ਪਰਖ ਦੇ ਕਾਬਲ ਬਣ ਜਾਂਦੇ ਹਨ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਜੋ ਕੁਛ ਉਹ ਕਰਦਾ ਹੈ ਪਰਮਾਤਮਾ ਖੁਦ ਕਰਦਾ ਹੈ। ਜਦੋਂ ਕਿਸੇ ਜੀਵ ਨੂੰ ਇੱਥੇ ਕੱਢਣਾ ਚਾਹੁੰਦਾ ਹੈ ਉਹ ਗੁਰਮੁਖਾਂ ਦੇ ਜ਼ਰੀਏ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਮਾਲਕ ਦੇ ਭਗਤੀ ਕਰਨ ਵਾਸਤੇ ਕਿਸੇ ਚੀਜ਼ ਦੀ ਦੁਨੀਆ ਦੀ ਸਾਨੂੰ ਜ਼ਰੂਰਤ ਨਹੀਂ ਪੈਂਦੀ। ਕੇਵਲ ਅਸੀਂ ਮਾਲਕ ਦੇ ਭਾਣੇ ਹੁਕਮ ਔਰ ਰਜ਼ਾ ਵਿੱਚ ਰਹਿ ਕੇ ਸ਼ਬਦ ਦੀ ਕਮਾਈ ਕਰਨੀ ਹੈ, ਨਾਮ ਦੀ ਕਮਾਈ ਕਰਨੀ ਹੈ। ਆਪਣੇ ਆਪ ਨੂੰ ਅਨਕੰਡੀਸ਼ਨਲੀ ਪਰਮਾਤਮਾ ਦੇ ਹਵਾਲੇ ਕਰ ਦੇਣਾ ਹੈ। ਹਰ ਸਾਚੇ ਭਾਵੇ ਸਾ ਪੂਜਾ ਹੋਵੇ, ਪਾਣਾ ਮਨ ਵਸਾਈ। पूजा कर सब लोक संतो, मन मुख थाए ना पाई। ਹੁਣ ਉੱਪਰ ਦੀਆਂ ਤਿੰਨਾਂ ਚੌਹਾਂ ਤੁਕਾਂ ਦੇ ਅੰਦਰ ਗੁਰਮਤਿ ਨੂੰ ਹਰ ਪਹਿਲੂ ਤੋਂ ਅੱਛੀ ਤਰ੍ਹਾਂ ਬਿਆਨ ਕਰ ਦਿੱਤਾ ਕਿ ਮਾਲਕ ਨੂੰ ਕੇਵਲ ਆਪਣੀ ਭਗਤੀ ਪਿਆਰੀ ਹੈ। ਮਾਲਕ ਦੀ ਭਗਤੀ ਕੇਵਲ ਗੁਰਮੁਖਾਂ ਕੋਲ ਜਾ ਕੇ ਤੁਸੀਂ ਨਾਮ ਦੀ ਕਮਾਈ ਕਰਕੇ ਹੀ ਕਰ ਸਕਦੇ ਹੋ। ਔਰ ਨਾਮ ਦੀ ਕਮਾਈ ਜਿਹੜੀ ਤੁਸੀਂ ਕਰਨੀ ਹੈ ਮਾਲਕ ਦੇ ਭਾਣੇ ਵਿੱਚ ਰਹਿ ਕੇ ਕਰਨੀ ਹੈ, ਮਾਲਕ ਦੇ ਹੁਕਮ ਵਿੱਚ ਰਹਿ ਕੇ ਕਰਨੀ ਹੈ, ਮਾਲਕ ਦੇ ਗਾਹਕ ਬਣ ਕੇ ਕਰਨੀ ਹੈ। ਦੁਨੀਆ ਦੇ ਗਾਹਕ ਬਣ ਕੇ ਨਹੀਂ ਕਰਨੀ। ਔਰ ਦੁਨੀਆ ਦੇ ਕੋਈ ਰੁਪਏ ਪੈਸੇ ਦੀ ਮਾਲਕ ਦੀ ਭਗਤੀ ਕਰਨ ਵਾਸਤੇ ਤੁਹਾਨੂੰ ਜ਼ਰੂਰਤ ਨਹੀਂ ਪੈਂਦੀ।
ਹੁਣ ਗੁਰੂ ਸਾਹਿਬ ਕਰਮ ਕਾਂਡ ਦਾ, ਬਾਹਰ ਮੁਖੀ ਸਾਧਨਾ ਦਾ, ਰਿਚੁਅਲ ਸੈਰੇਮਨੀ ਦਾ ਜ਼ਿਕਰ ਕਰਦੇ ਹਨ। ਪੂਜਾ ਕਰੇ ਸਭ ਲੋਕ ਸੰਤੋ। ਗੁਰੂ ਸਾਹਿਬ ਕਹਿੰਦੇ ਭਗਤੀ ਤਾਂ ਸਾਰੇ ਦੁਨੀਆ ਦੇ ਜੀਵ ਮਾਲਕ ਦੀ ਕਰਦੇ ਹਨ, ਕਿਉਂਕਿ ਹਰ ਇੱਕ ਦੇ ਅੰਦਰ ਆਤਮਾ ਹੈ, ਔਰ ਆਤਮਾ ਦੀ ਜਿਹੜੀ ਨੈਚੁਰਲ ਇਨਕਲੀਨੇਸ਼ਨ ਖਿੱਚ ਹੈ ਆਪਣੇ ਅਸਲ ਦੀ ਤਰਫ ਹੈ। ਸੋ ਸਾਰੇ ਹੀ ਉਸ ਦੇ ਅਧੀਨ ਹੋ ਕੇ ਮਾਲਕ ਨੂੰ ਢੂੰਡਣ ਲੱਗੇ ਹੋਏ ਹਨ। ਇਸੇ ਵਾਸਤੇ ਤੀਰਥਾਂ ਤੇ ਇਤਨਾ ਰਸ਼ ਹੈ, ਮਹਾਤਮਾ ਦੇ ਸਤਸੰਗਾਂ ਵਿੱਚ ਇਤਨਾ ਰਸ਼ ਹੈ, ਮੰਦਰ ਮਸਜਿਦ ਗੁਰਦੁਆਰੇ ਲੋਕਾਂ ਨਾਲ ਭਰੇ ਹੋਏ ਹਨ, ਕਿਉਂਕਿ ਹਰ ਇੱਕ ਦੇ ਅੰਦਰ ਮਾਲਿਕ ਦੇ ਮਿਲਣ ਦਾ ਸ਼ੌਕ ਹੈ, ਪ੍ਰੇਮ ਹੈ, ਪਿਆਰ ਹੈ, ਅੰਦਰੋਂ ਜੋਸ਼ ਆਉਂਦਾ ਹੈ ਕਿ ਅਸੀਂ ਮਾਲਿਕ ਦੀ ਭਗਤੀ ਕਰੀਏ। ਲੇਕਿਨ ਗੁਰੂ ਸਾਹਿਬ ਕਹਿੰਦੇ ਮਨ ਮੁਖ ਥਾਏ ਨਾ ਪਾਈ। ਅਸੀਂ ਦੁਨੀਆ ਦੇ ਜੀਵ ਮਨ ਦੇ ਮਗਰ ਲਾ ਕੇ ਬਾਹਰ ਮੁਖੀ ਹੋ ਜਾਂਦੇ ਹਾਂ, ਕਰਮ ਕਾਂਡ ਵਿੱਚ ਫਸ ਜਾਂਦੇ ਹਾਂ। ਇਸ ਵਾਸਤੇ ਇਹ ਜਿਹੜੀ ਭਗਤੀ ਮਨ ਦੇ ਮਗਰ ਲਾ ਕਰਦੇ ਹਾਂ, ਇਹ ਭਗਤੀ ਕਦੇ ਕਿਸੇ ਨੂੰ ਟਿਕਾਣੇ ਤੇ ਨਹੀਂ ਪਹੁੰਚਾਉਂਦੀ। ਮਨ ਕੀ ਕਰਦਾ ਹੈ, ਕਦੇ ਸਰੋਵਰਾਂ ਦੇ ਇਸ਼ਨਾਨ ਵਿੱਚ ਲਗਾ ਦਿੰਦਾ ਹੈ ਕਿ ਜਨਮਾਂ ਜਨਮਾਂ ਦੇ ਤੇਰੇ ਪਾਪ ਸਰੋਵਰ ਦੇ ਇਸ਼ਨਾਨ ਕਰਨ ਮਹੀਨੇ, ਹਰ ਮਹੀਨੇ ਮੱਸਿਆ ਨਹਾ ਲਿਆ ਕਰ, ਆਪੇ ਤੇਰੇ ਪਾਪ ਪਿਛਲੇ ਖਤਮ ਹੋ ਜਾਣਗੇ। ਜਾਂ 6 ਸਾਲੀ ਕੁੰਭੀ ਨਹਾ ਲਈ, 12 ਸਾਲ ਬਾਅਦ ਕੁੰਭ ਵਿੱਚ ਨਹਾ ਲੈ, ਜਾਂ ਫਲਾਣਾ ਸਰੋਵਰ ਬੜਾ ਪਵਿੱਤਰ ਹੈ ਉੱਥੇ ਜਾ ਕੇ ਇਸ਼ਨਾਨ ਕਰ ਲਾ, ਤਾਂ ਤੇਰੇ ਪਾਪਾਂ ਦਾ ਨਾਸ਼ ਹੋ ਜਾਵੇਗਾ। ਇਸੇ ਵਾਸਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਸੀ, ਇਹ ਸਰੀਰ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਏ, ਨਾਮ ਇਸ਼ਨਾਨ ਕਰੇ ਸੇਜਨ ਨਿਰਮਲ, ਸ਼ਬਦੇ ਮੈਲ ਗਵਾਏ। ਗੁਰੂ ਸਾਹਿਬ ਕਹਿੰਦੇ ਸਰੀਰ ਤੋਂ ਵੱਡਾ ਦੁਨੀਆ ਅੰਦਰ ਕੋਈ ਵੱਡਾ ਸਰੋਵਰ ਨਹੀਂ ਹੋ ਸਕਦਾ। ਇਹਦੇ ਅੰਦਰ ਵੜ ਕੇ ਇਸ਼ਨਾਨ ਕਰੋ ਅਗਰ ਪਰਮਾਤਮਾ ਨਾਲ ਪਿਆਰ ਪਾਉਣਾ ਹੈ। ਕਿਹੜਾ ਇਸ਼ਨਾਨ ਕਰਨਾ ਹੈ? ਸ਼ਬਦ ਦਾ ਇਸ਼ਨਾਨ ਕਰੋ, ਨਾਮ ਦਾ ਇਸ਼ਨਾਨ ਕਰੋ ਅਗਰ ਪਰਮਾਤਮਾ ਨਾਲ ਪਿਆਰ ਪਾਉਣਾ ਹੈ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੇ ਨਾਵਣ ਆਏ। ਸਤਿਗੁਰ ਪੁਰਖਾਂ ਦੀ ਜਿਹੜੀ ਸੰਗਤ ਔਰ ਸੋਭਤ ਹੈ, ਉਹ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਇਹ ਕਿਹੜਾ ਅੰਮ੍ਰਿਤ ਦਾ ਸਰੋਵਰ ਹੈ ਜਿੱਥੇ ਕਾਂ ਜਾਂਦਾ ਹੈ, ਨਹਾ ਕੇ ਹੰਸ ਬਣ ਕੇ ਆ ਜਾਂਦਾ ਹੈ। ਅਸੀਂ ਮਨਮੁਖ ਲੋਕ ਜਾਂਦੇ ਹਾਂ, ਗੁਰਮੁਖ ਬਣ ਕੇ ਆ ਜਾਂਦੇ ਹਾਂ। ਇਹ ਗੁਰਮੁਖਾਂ ਦਾ ਸਤਸੰਗ ਹੈ, ਗੁਰਮੁਖਾਂ ਦੀ ਸੰਗਤ ਹੈ, ਗੁਰਮੁਖਾਂ ਦੀ ਸੋਭਤ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਵੱਡ ਭਾਗੀ ਨਾਮ ਆਏ। ਕੋ ਖੁਸ਼ਕਿਸਮਤ ਜੀਵ ਹਨ, ਭਾਗਾਂ ਵਾਲੇ ਜੀਵ ਹਨ, ਜੇ ਦੁਨੀਆ ਦੀ ਲੋਕ ਲਾਜ ਦੀ ਨਾ ਪਰਵਾਹ ਕਰਦੇ ਹੋਏ ਐਸੇ ਮਹਾਤਮਾ ਦੀ ਸੰਗਤ ਔਰ ਸੋਭਤ ਵਿੱਚ ਆਉਂਦੇ ਹਨ। ਉਹਨਾਂ ਨੂੰ ਕੀ ਫਾਇਦਾ ਮਿਲਦਾ ਹੈ? ਉਹ ਜਨਮ ਜਨਮ ਕੀ ਮਲ ਉਤਰੇ, ਨਿਰਮਲ ਨਾਮ ਦ੍ਰਿੜਾਏ। ਉਹਨਾਂ ਦੇ ਸਤਸੰਗ ਵਿੱਚ ਆ ਕੇ ਜਦੋਂ ਉਹ ਨਾਮ ਦੀ ਕਮਾਈ ਕਰਦੇ ਹਨ, ਸ਼ਬਦ ਦੀ ਕਮਾਈ ਕਰਦੇ ਹਨ, ਉਹਨਾਂ ਦੀ ਆਤਮਾ ਤੋਂ ਜਨਮਾਂ ਜਨਮਾਂ ਦੀਆਂ ਮੈਲਾਂ ਦੂਰ ਹੋ ਜਾਂਦੀਆਂ ਹਨ। ਇਹ ਜਿਹੜੀ ਆਤਮਾ ਤੋਂ ਜਨਮਾਂ ਜਨਮਾਂ ਦੀਆਂ ਮੈਲਾਂ ਦੂਰ ਹੋਣੀਆਂ ਹਨ, ਇਹ ਤਾਂ ਸ਼ਬਦ ਦੀ ਕਮਾਈ ਨਾਲ ਦੂਰ ਹੋਣੀਆਂ ਹਨ, ਨਾਮ ਦੀ ਕਮਾਈ ਨਾਲ ਦੂਰ ਹੋਣੀਆਂ ਹਨ। ਬਾਹਰ ਦਾ ਕੋਈ ਐਸਾ ਸਰੋਵਰ ਨਹੀਂ ਹੈ ਜਿੱਥੇ ਇਸ਼ਨਾਨ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਖਤਮ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਧੋਏ ਪਾਪੇ ਕੇ ਸੰਗ। ਇਹ ਜਿਹੜਾ ਨਾਮ ਦੇ ਜਿਹੜੇ ਪਾਪਾਂ ਦਾ ਹਿਸਾਬ ਹੈ, ਉਹ ਤਾਂ ਸ਼ਬਦ ਦੀ ਕਮਾਈ ਨਾਲ ਹਿਸਾਬ ਦੂਰ ਹੋਣਾ ਹੈ, ਨਾਮ ਦੀ ਕਮਾਈ ਨਾਲ ਹਿਸਾਬ ਦੂਰ ਹੋਣਾ ਹੈ। ਇਸ ਵਾਸਤੇ ਗੁਰਮੁਖ ਸਾਨੂੰ ਬਾਹਰ ਮੁਖੀ ਨਹੀਂ ਕਰਦੇ। ਫਿਰ ਅਸੀਂ ਸੋਚਦੇ ਹਾਂ ਗ੍ਰੰਥ ਪੋਥੀਆਂ ਪੜ੍ਹੀ ਜਾਓ, ਭੋਗ ਪਾਈ ਜਾਓ, ਜਾਂ ਸਾਡੇ ਪਿੱਛੋਂ ਭੋਗ ਪਵਾ ਛੱਡਣਾ ਹਰ ਸਾਲ ਸਾਡੀ ਯਾਦ ਵਿੱਚ, ਇਸੇ ਵਿੱਚ ਹੀ ਸਾਡੀ ਮੁਕਤੀ ਹੋ ਜਾਵੇਗੀ। ਲੇਕਿਨ ਗੁਰੂ ਸਾਹਿਬ ਕਹਿੰਦੇ ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਸਵਾਸ, ਨਾਨਕ ਲੇਖੇ ਇੱਕ ਗੱਲ ਇੱਕ ਹਉਮੈ ਚੱਖਣ ਚਾ। ਤੁਸੀਂ ਸਾਰੀ ਜ਼ਿੰਦਗੀ ਪੜ੍ਹਦੇ ਰਹੋ, ਸਵਾਸ ਸਵਾਸ ਨਾਲ ਪੜ੍ਹਦੇ ਰਹੋ। ਇੱਕੋ ਚੀਜ਼ ਤੁਹਾਡੇ ਲੇਖੇ ਵਿੱਚ ਲਿਖੀ ਜਾਣੀ ਹੈ ਜਿਹੜੀ ਤੁਹਾਡੀ ਸੁਰਤ ਅੰਦਰੋਂ ਸ਼ਬਦ ਨੂੰ ਪਕੜਦੀ ਹੈ। ਅਗਰ ਸੁਰਤ ਸ਼ਬਦ ਨੂੰ ਨਹੀਂ ਪਕੜਦੀ, ਸਾਡਾ ਸਾਰਾ ਪੜ੍ਹਨਾ ਪੜ੍ਹਾਉਣਾ ਫਜ਼ੂਲ ਚਲੇ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਸੀ ਪੜ੍ਹ ਪੜ੍ਹ ਪੰਡਤ ਔਰਾਂ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਪੰਡਿਤ ਜਾਂ ਸਿਪਾਹੀ ਲੋਕ ਦੁਨੀਆ ਨੂੰ ਪੜ੍ਹ ਪੜ੍ਹ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੀ ਸਾਡੇ ਆਪਣੇ ਅੰਦਰ ਘਰ ਦੇ ਅੱਗ ਲੱਗੀ ਹੋਈ ਹੈ, ਕਾਮ ਕ੍ਰੋਧੋ ਮੋਹੰਕਾਰ ਦੀ। ਨਾ ਸਾਨੂੰ ਉਸ ਅਗਨੀ ਦਾ ਪਤਾ ਹੈ, ਨਾ ਕਦੇ ਅਸੀਂ ਅਗਨੀ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਲੋਕਾਂ ਦੇ ਘਰਾਂ ਦੀ ਚੌਕੀਦਾਰੀ ਕਰਨ ਲੱਗੇ ਹੋਏ ਹਾਂ, ਆਪਣਾ ਘਰ ਸਾਡਾ ਲੁੱਟਿਆ ਜਾ ਰਿਹਾ ਹੈ। ਲੋਕਾਂ ਦਾ ਬੋਝਾ ਉਠਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਪਣਾ ਬੋਝਾ ਸਾਥੋਂ ਉਠਾ ਨਹੀਂ ਹੁੰਦਾ। ਆਪਣੇ ਆਪ ਨੂੰ ਵੀ ਧੋਖਾ ਦਿੰਦੇ ਹਾਂ, ਦੁਨੀਆ ਨੂੰ ਵੀ ਧੋਖਾ ਦਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਪੜ੍ਹ ਪੜ੍ਹ ਥਾਕੇ ਸ਼ਾਂਤ ਨਾ ਆਏ, ਬਿਨ ਸਤਿਗੁਰ ਕੋਈ ਨਾਮ ਨਾ ਪਾਏ।
ਤੁਸੀਂ ਪੜ ਕੇ ਥੱਕ ਜਾਵੋ, ਚੂਰ ਹੋ ਜਾਵੋ, ਤੁਹਾਡੇ ਮਨ ਵਿੱਚ ਕਦੇ ਸੁੱਖ ਔਰ ਸ਼ਾਂਤੀ ਨਹੀਂ ਆ ਸਕਦੀ ਜਿਤਨਾ ਚਿਰ ਤੁਸੀਂ ਸ਼ਬਦ ਦੀ ਕਮਾਈ ਨਹੀਂ ਕਰੋਗੇ, ਨਾਮ ਦੀ ਕਮਾਈ ਨਹੀਂ ਕਰੋਗੇ। ਸੋ ਗੁਰੂ ਸਾਹਿਬ ਘੇਰ ਕੇ ਉਸੇ ਨੁਕਤੇ ਔਰ ਪੁਆਇੰਟ ਤੇ ਲਿਆਉਂਦੇ ਹਨ ਕਿ ਬਾਹਰ ਮੁਖੀ ਸਾਧਨਾ ਨਾਲ ਤੁਹਾਨੂੰ ਕੁਝ ਪ੍ਰਾਪਤ ਨਹੀਂ ਹੋਣਾ। ਜੋ ਕੁਝ ਮਿਲਣਾ ਹੈ ਸ਼ਬਦ ਔਰ ਨਾਮ ਦੀ ਕਮਾਈ ਤੋਂ ਮਿਲਣਾ ਹੈ। ਇਸੇ ਵਾਸਤੇ ਆਪ ਫਰਮਾਉਂਦੇ ਹਨ ਕਿ ਜਿਸਮ ਤੇ ਪਬੂਤ ਲਗਾਉਣ ਨਾਲ, ਕੰਨ ਪੜਵਾਉਣ ਨਾਲ, ਜਟਾਂ ਰੱਖਣ ਨਾਲ ਮਾਲਕ ਨਹੀਂ ਮਿਲਦਾ। ਤੀਰਥ ਯਾਤਰਾ ਕਰਨ ਨਾਲ, ਭੁੱਖੇ ਰਹਿਣ ਨਾਲ, ਰੱਜ ਕੇ ਪੇਟ ਭਰ ਕੇ ਖਾਣਾ ਖਾਣ ਨਾਲ, ਲੋਕਾਂ ਨੂੰ ਖਵਾਉਣ ਨਾਲ ਮਾਲਕ ਨਹੀਂ ਮਿਲਦਾ। ਗੁਰੂ ਸਾਹਿਬ ਨੇ ਸਭ ਕੁਝ ਬਿਆਨ ਕਰਕੇ ਕਿਹਾ ਸੀ, ਨਾਮੇ ਤੁਲਨਾ ਟੁੱਟੀ ਤੋ ਦੇਖੀ ਠੋਕ ਵਜਾਏ। ਕੋਈ ਚੀਜ਼ ਕਦੇ ਨਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਗੁਰੂ ਸਾਹਿਬ ਕਹਿੰਦੇ ਮੈਂ ਸੁਣੀਆਂ ਸੁਣਾਈਆਂ ਗੱਲਾਂ ਕਹਿਣ ਨਹੀਂ ਆਇਆ, ਮੈਂ ਠੋਕ ਵਜਾ ਕੇ ਜ਼ਾਤੀ ਤਜਰਬਾ ਤੁਹਾਨੂੰ ਸਮਝਾਉਣ ਵਾਸਤੇ ਆਇਆ ਹਾਂ। ਇਸੇ ਵਾਸਤੇ ਕਹਿੰਦੇ ਸੀ ਨਾਨਕ ਨਾਮ ਨਾ ਵਿਸਰੇ, ਛੋਟੇ ਸ਼ਬਦ ਕਮਾਏ। ਭਰਾਵਾ ਨਾਮ ਨੂੰ ਕਦੇ ਸੁਪਨੇ ਅੰਦਰ ਵੀ ਵਸਾਰਨ ਦੀ ਕੋਸ਼ਿਸ਼ ਨਾ ਕਰੀ। ਜਦੋਂ ਵੀ ਤੂੰ ਦੇਹ ਦੀਆਂ ਬੰਧਨਾਂ ਤੋਂ ਛੁੱਟੇਗਾ, ਕੇਵਲ ਸ਼ਬਦ ਔਰ ਨਾਮ ਦੀ ਕਮਾਈ ਕਰਕੇ। ਇਹੋ ਤਜਰਬਾ ਕਬੀਰ ਸਾਹਿਬ ਸਮਝਾਉਂਦੇ ਹਨ। जब ही नाम हृदय तरियो भयो पाप का नाश, जैसे चिंगी आग की पड़ी पुरानी काश। कितना भी खुश्क काश दा ढेर लिया के इकट्ठा क्यों ना कर लवो, एक अग दा चंगियाड़ा सारे काश नूं जार के राख सुहा कर दिंदा है। साडे साकत पुरुषां दे कितने भैड़े खोटे पाप और कर्म क्यों ना हो, एक शब्द और नाम दी कमाई सब कर्मां दा सिलसिला खत्म कर दिंदी है। इसे वास्ते कबीर साहब कहते लूट सके तो लूट ले राम नाम नित लूट, अंतकाल पछताओगे जब तन जाएगा छूट। अगर देह विच भरावा बैठ के लुटन वाली चीज है वो शब्द दी कमाई है, नाम दी कमाई है। गुरु साहब ने कहा सी बिन नाम में को संग न साथी, मुक्ते नाम ते आमणिया। नाम दी कमाई तो बगैर किसी चीज ने थोड़े नाल नहीं जाना। जदों भी मुक्ति हासिल करोगे केवल शब्द की कमाई करके, नाम की कमाई करके। यो स्वामी जी कहते हैं गुर कहें खोल कर पाई, लग शब्द अनाहत जाई। बिन शब्द अपाओ न दूजा, काया का छुटेला कुजा। स्वामी जी कहते अच्छी तरह इस चीज को मन विच बिठा लो कि शब्द और नाम की कमाई तो बगैर थोड़ा देह दियां बंधना तो कदे किसी हालत अंदर छुटकारा नहीं हो सकता। गुरु साहब कहते शब्द मरे सो मर रहे, फिर मरे न दूजी वाह। ਜਿਹੜੇ ਉੱਠਦੇ ਬੈਠਦੇ ਚਲਦੇ ਫਿਰਦੇ ਸ਼ਬਦ ਔਰ ਨਾਮ ਦੇ ਨਾਲ ਖਿਆਲ ਜੋੜ ਲੈਂਦੇ ਹਨ, ਉਹ ਹਮੇਸ਼ਾ ਵਾਸਤੇ ਮਰ ਜਾਂਦੇ ਹਨ। ਉਹਨਾਂ ਨੂੰ ਬਾਰ-ਬਾਰ ਮਰਨ ਔਰ ਜੰਮਣ ਦੇ ਦੁੱਖਾਂ ਵਿੱਚ ਕਦੇ ਨਹੀਂ ਆਉਣਾ ਪੈਂਦਾ। ਇਸ ਵਾਸਤੇ ਆਪ ਸਾਨੂੰ ਇੱਥੇ ਪਿਆਰ ਨਾਲ ਸਮਝਾਉਂਦੇ ਹਨ। ਇਹ ਜਿਹੜੀ ਮਨ ਦੇ ਮਗਰ ਲੱਗ ਕੇ ਅਸੀਂ ਬਾਹਰ ਮੁਖੀ ਹੋਏ ਬੈਠੇ ਹਾਂ, ਇਹ ਜਿਹੜੀ ਭਗਤੀ ਹੈ, ਇਹ ਭਗਤੀ ਕਦੇ ਸਾਨੂੰ ਸਾਡੇ ਟਿਕਾਣੇ ਤੇ ਨਹੀਂ ਪਹੁੰਚਾ ਸਕਦੀ। ਕਿਹੜੀ ਭਗਤੀ ਸਾਨੂੰ ਸਾਡੇ ਟਿਕਾਣੇ ਤੇ ਪਹੁੰਚਾਉਂਦੀ ਹੈ, ਫਿਰ ਅੱਗੇ ਇਸ਼ਾਰਾ ਕਰਦੇ ਹਨ। पूजा कर सब लोग संतो, मन मुख थाय न पाई। शब्द मरे मन निर्मल संतो, ए पूजा थाय पाई। इस तो ज्यादा होती शब्द की महिमा करेंगे। शब्द मरे मन निर्मल संतो। गुरु साहब कहते मन नू निर्मल प्योर और पवित्र करन दा केवल इको ही तरीका है। शब्द के अंदर मर्ज हो जाओ, जज्ब हो जाओ, लवलीन हो जाओ, अपनी हस्ती नू नेस तो नबून कर देवो। ये मालिक दी भगती है। इसे भगती ने थानू तुहाडे ठिकाने ते पहुंचाउणा है। जिहड़ी भगती सानू साडे ठिकाने ते पहुंचाउंदी है, गुरु साहब कहते वो शब्द दी कमाई है। इसे वास्ते गुरु साहब ने कहा सी सुरत शब्द पव सागर तरीए नानक नाम बखाने। जदों भी असी इस पव सागर तो पार होवांगे सुरत शब्द का अभ्यास करके, नाम की कमाई करके। गुरु नानक साहब कहते गुर प्रसादी उभरे सच्चा नाम संभाल। जदों भी इस पव सागर तो आप पार होवांगे गुरमुखां कोल जाके सच्चे शब्द की कमाई करके, सच्चे नाम की कमाई करके। सो गुरु साहब बार बार उस शब्द की महिमा करते हैं, उस नाम की महिमा करते हैं कि जो कुछ मिलना है उस शब्द की कमाई तो मिलना है, नाम की कमाई तो मिलना है। अज तक जो भी किसी को मिलिया शब्द और नाम की कमाई तो मिलिया है। इसे वास्ते गुरु साहब ने कहा सी ये शरीर सर्व आप फरमाउंदे हैं
कि सूहड़ पिंजर प्रेम के बोले बोलन हार सच चुगे अमृत पिए उड़े ताई का वाह। ये जड़ा साडा शरीर है ये पिंजरा है, ये जड़ी साडी आत्मा है ये तोता है। जिस तरह तोता एक पिंजरे नाल प्यार पा के कई किस्म दियां बोलियां बोलदा है, इसे तरह साडी आत्मा शरीर नाल प्यार पाई बैठी है। कदे दुख दी बोली बोलदी है, कदे सुख दी बोली बोलदी है, कदे हसदे हाँ आपां, कदे शरीर विच बैठ के रोंदे हाँ। गुरु साहब कहते अगर तोता पिंजरे का प्यार छड़ देवे वो पिंजरे की कैद तो आजाद हो सकता है। अगर साडी आत्मा देह का प्यार छड़ देवे, देह विच बैठ के लोकां दियां देहां दा प्यार छड़ देवे, ये भी देहां दे बंधनां तो आजाद हो सकती है। लेकिन इन्ने चिर दी आत्मा देह दियां बंधनां दा कैदी बनी चली आ रही है। ये देह का प्यार छड़ किस तरह सकती है? गुरु साहब कहते वाद सिर्फ एक तरीका है, सच चुगे अमृत पिए उडे ताए का वाह। हर एक दे अखां पिछे मालिक ने शब्द का चोगा रखा होया है, हर एक दे अखां पिछे से अमृत बरसन लगा होया है। अगर साडी आत्मा अखां पिछे आके उस शब्द का चोगा चुकना शुरू कर देवे, उस अमृत नूं अपने अंदरों पीना शुरू कर देवे, ये हमेशा वास्ते देह दियां बंधनां तो आजाद हो जाएगी। सो जिहड़ी चीज सानू देह दियां बंधनां तो आजाद करती है वो तो केवल शब्द की कमाई है, वो तो केवल नाम की कमाई है। इस वास्ते गुरु साहब बार बार उसे नुकते और पॉइंट ते लियाउंदे हन कि बाहर मुखी साधना च कर्म कांड जपता पूजा पाठ पुण्य दान तीर्थां ते जाण दे सरोवरां में इशनान करन कदे किसी नूं कुछ प्राप्त नहीं होया। जो कुछ मिलना है वो शब्द की कमाई चो मिलना है, वो नाम की कमाई चो मिलना है। शब्द मरे मन निर्मल संतो हे पूजा थाय पाई पवित्र पावन से जन साचे एक शब्द लवलाई। गुरु साहब कहते जेडे लोग सब दुनिया चो मोह और प्यार कट के एक शब्द दे नाल ख्याल जोड़ लेंदे हन, उठते बैठते चलते फिरते शब्द और नाम की कमाई विच लग जाते हैं, खुद भी प्योर और पवित्र हो जाते हैं और साडे भी ख्याल नूं उस शब्द और नाम के नाल जोड़ के सानू भी हमेशा वास्ते प्योर और पवित्र कर लेंदे हैं। मुक्ता सेवे मुक्ता होवे, हौमे ममता शब्द खोवे। ਜਿਹੜੇ ਹਉਮੈ और ममता ਨੂੰ शब्द की कमाई करके अपने अंदरों खो ਦਿੰਦੇ ਹਨ, ਹਉਮੈ ममता ਨੂੰ ਖੋ ਲੈਂਦੇ ਹਨ, ਉਹ ਮੁਕਤੀ ਹਾਸਲ ਕਰ ਲੈਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਔਰ ਸੋਬਤ ਵਿੱਚ ਜਾਂਦੇ ਹਾਂ ਉਹ ਸਾਡੇ ਵੀ ਖਿਆਲ ਨੂੰ ਉਸੇ ਤਰ੍ਹਾਂ ਸ਼ਬਦ ਦੇ ਨਾਲ ਜੋੜ ਕੇ ਸਾਡੇ ਅੰਦਰੋਂ ਵੀ ਹਉਮੈ ਔਰ ਮਮਤਾ ਕੱਢ ਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਬਣਾ ਲੈਂਦੇ ਹਨ। ਤੁਸੀਂ ਦੇਖੋ ਛੁਰੀ ਤੇ ਕਿਤਨਾ ਵੀ ਜ਼ੰਗ ਕਿਉਂ ਨਾ ਚੜਿਆ ਹੋਵੇ, ਆਹਿਸਤਾ ਆਹਿਸਤਾ ਸਾਣ ਤੇ ਰਗੜਨਾ ਸ਼ੁਰੂ ਕਰ ਦਿਓ, ਸਭ ਜ਼ੰਗ ਉਤਰ ਜਾਵੇਗਾ। ਛੁਰੀ ਅੰਦਰੋਂ ਸਾਫ਼ ਸੁਥਰੀ ਹੋ ਕੇ ਨਿਕਲ ਆਉਂਦੀ ਹੈ। ਸਾਡੀ ਸਾਖਤ ਪੁਰਸ਼ਾਂ ਦੇ ਕਿਤਨੇ ਭੈੜੇ ਖੋਟੇ ਪਾਪ ਔਰ ਕਿਉਂ ਨਾ ਕਰਮ ਹੋਣ, ਉਹ ਜਿਹੜੀ ਸ਼ਬਦ ਔਰ ਨਾਮ ਦੀ ਕਮਾਈ ਹੈ ਸਭ ਕਰਮਾਂ ਦਾ ਸਿਲਸਿਲਾ ਖਤਮ ਕਰ ਦਿੰਦੀ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਤੁਸੀਂ ਉੱਠਦੇ ਬੈਠਦੇ ਚਲਦੇ ਫਿਰਦੇ ਹਮੇਸ਼ਾ ਆਪਣੇ ਖਿਆਲ ਨੂੰ उस शब्द और नाम के नाल जोड़ के रखना है। पवित्र पावन से जन साचे एक शब्द लवलाई बिन नाव होर पूजना होवी परम भुली लोकाई। इस तो ज्यादा गुरु कर होर नाम का की प्रचार कर सकता है। गुरु साहब कहते मेरे नाम में होर पूज ना होए परम भुली लोकाई। अच्छी तरह इस चीज को मन में बिठा लो कि नाम की कमाई तो बगैर मालिक की कोई भगती नहीं है, कोई पूजा नहीं है। एवं दुनिया के जी भरमा में फस के कोई किसी तरफ दौड़िया जाता है, कोई किसी तरफ दौड़िया जाता है। जो कुछ सानू मिलना है नाम की कमाई तो मिलना है, शब्द की कमाई तो मिलना है। पहली पातशाही की बाणी है नाम विसार चले अनमार्ग अंत काल गया पछताई। नाम की कमाई करने का तरीका छड़ के जेड़े भी रस्ते ते चलने की कोशिश करोगे अखीर मौत के वेले पछताना पैंदा है। मैं तो एवं अपनी कीमती वक्त को जाया कर दिता। क्यों पछताना पैंदा है? बिन नामे दर टोई ना ही ताजम करे खुआरी।
ਸ਼ਬਦ ਔਰ ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੇ ਘਰ ਨਹੀਂ ਪਹੁੰਚ ਸਕਦਾ। ਜਮਦੂਤਾਂ ਦੇ ਹੱਥੋਂ ਖਰਾਬ ਹੋਣਾ ਪੈਂਦਾ ਹੈ। ਸੋ ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਜੋ ਕੁਝ ਵੀ ਤੁਹਾਨੂੰ ਮਿਲਣਾ ਹੈ ਉਹ ਸ਼ਬਦ ਔਰ ਨਾਮ ਦੀ ਕਮਾਈ ਤੋਂ ਮਿਲਣਾ ਹੈ। ਜਪ ਤਪ ਪੂਜਾ ਪਾਠ ਪੁੰਨ ਦਾਨ ਦਾ ਜੋ ਫਲ ਹੈ ਉਹ ਵੀ ਸ਼ਬਦ ਦੀ ਨਾਮ ਦੀ ਕਮਾਈ ਵਿੱਚ ਹੀ ਆ ਜਾਂਦਾ ਹੈ। ਹਾਥੀ ਕੇ ਪਾਉ ਮੈਂ ਸਭ ਕਾ ਪਾਉ। ਜਦੋਂ ਸਾਡੀ ਜ਼ੁਬਾਨ ਤੇ ਦਿਨ ਰਾਤ ਉਸ ਮਾਲਕ ਦੇ ਨਾਮ ਦਾ ਸਿਮਰਨ ਚੜਿਆ ਹੋਇਆ ਹੈ, ਤੁਸੀਂ ਦੇਖੋ ਇਸ ਤੋਂ ਵੱਡਾ ਹੋਰ ਜਪ ਕਿਹੜਾ ਹੋ ਸਕਦਾ ਹੈ। ਜਦੋਂ ਅਸੀਂ ਮਾਲਿਕ ਦੇ ਬਾਣੇ ਹੁਕਮ ਰਜ਼ਾ ਦੇ ਵਿੱਚ ਬੈਠੇ ਹੋਏ ਹਾਂ, ਇਸ ਤੋਂ ਵੱਡੀ ਹੋਰ ਤਪ, ਇਸ ਤੋਂ ਵੱਡਾ ਤਪ ਕਿਹੜਾ ਹੋ ਸਕਦਾ ਹੈ। ਜਦੋਂ ਮਹਾਤਮਾ ਦੇ ਸਰੂਪ ਨੂੰ 24 ਘੰਟੇ ਨਾਲ ਲਈ ਫਿਰਦੇ ਹਾਂ, ਇਸ ਤੋਂ ਵੱਡੀ ਹੋਰ ਪੂਜਾ ਕਿਹੜੀ ਹੋ ਸਕਦੀ ਹੈ। ਜਦੋਂ ਅਨਹਦ ਬਾਣੀ ਨੂੰ 24 ਘੰਟੇ ਅੰਦਰੋਂ ਸੁਣਨ ਲੱਗੇ ਹੋਏ ਹਾਂ, ਇਸ ਤੋਂ ਵੱਡਾ ਹੋਰ ਪਾਠ ਕਿਹੜਾ ਹੋ ਸਕਦਾ ਹੈ। ਜਦੋਂ ਉਸ ਅੰਮ੍ਰਿਤ ਨੂੰ ਅੰਦਰੋਂ ਪੀ ਕੇ ਮਨ ਹੀ ਦੁਨੀਆ 'ਚ ਉਦਾਸ ਔਰ ਅਚਾਟ ਹੋ ਜਾਂਦਾ ਹੈ, ਇਸ ਤੋਂ ਵੱਡਾ ਹੋਰ ਵਿਰਾਗ ਕਿਹੜਾ ਹੋ ਸਕਦਾ ਹੈ। ਨਾ ਘਰ-ਬਾਰ ਛੱਡਣ ਦੀ ਲੋੜ ਹੈ, ਨਾ ਪੁੱਤਰਾਂ ਧੀਆਂ ਨੂੰ ਤਿਆਗਣ ਦੀ ਲੋੜ ਹੈ, ਨਾ ਕੌਮ ਬਦਲਣੀ ਹੈ, ਨਾ ਮਜ਼ਹਬ ਬਦਲਣਾ ਹੈ। ਦੁਨੀਆ ਵਿੱਚ ਰਹਿਣਾ ਹੈ, ਸੂਰਮੇ ਔਰ ਬਹਾਦਰ ਬਣ ਕੇ ਰਹਿਣਾ ਹੈ। ਰਹਿੰਦੇ ਹੋਏ ਵੀ ਦੁਨੀਆ ਦੀਆਂ ਮੈਲਾਂ ਵਿੱਚ ਨਹੀਂ ਲਿਬੜਨਾ। ਗੁਰੂ ਸਾਹਿਬ ਕਹਿੰਦੇ ਨਾਮ ਰਤੇ ਪਰਮਹੰਸ ਬੈਰਾਗੀ ਨਿਜ ਕਰਤਾੜੀ ਲਾਈ ਹੈ। ਤੁਸੀਂ ਘਰ-ਬਾਰ ਵਿੱਚ ਰਹਿੰਦੇ ਹੋਏ ਅਗਰ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹੋ, ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹੋ, ਤੁਸੀਂ ਘਰ-ਬਾਰ ਵਿੱਚ ਰਹਿੰਦੇ ਹੀ ਪਰਮਹੰਸ ਬੈਰਾਗੀ ਬਣ ਜਾਂਦੇ ਹੋ। ਕਿਉਂਕਿ ਜੋ ਕੁਝ ਮਿਲਣਾ ਹੈ ਉਸ ਨਾਮ ਦੀ ਕਮਾਈ ਤੋਂ ਮਿਲਣਾ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਸ਼ਬਦ ਮਰੇ ਸੋਈ ਜਨ ਪੂਰਾ, ਸਤਿਗੁਰ ਆਖ ਸੁਣਾਏ ਸੂਰਾ। ਸਾਡੇ ਸੂਰਮੇ ਬਹਾਦਰ ਸਤਿਗੁਰ ਨੇ ਸਾਨੂੰ ਤਾਂ ਇਹੋ ਹੀ ਉਪਦੇਸ਼ ਦਿੱਤਾ ਹੈ, ਜੋ ਉੱਠਦਾ ਬੈਠਦਾ ਚੱਲਦਾ ਫਿਰਦਾ ਸ਼ਬਦ ਔਰ ਨਾਮ ਦੇ ਨਾਲ ਖਿਆਲ ਜੋੜੀ ਬੈਠਾ ਹੈ, ਉਹ ਪੂਰਾ ਹੈ। ਉਸੇ ਨੇ ਵਾਪਸ ਜਾ ਕੇ ਮਾਲਕ ਦੀ ਦਰਗਾਹ ਵਿੱਚ ਪਹੁੰਚਣਾ ਹੈ। ਸੋ ਇਸ ਵਾਸਤੇ ਗੁਰੂ ਸਾਹਿਬ ਹਰ ਬਹਾਨੇ ਸਾਡੇ ਅੰਦਰ ਉਸ ਸ਼ਬਦ ਦੀ ਕਮਾਈ ਕਰਨ ਦਾ ਜ਼ੋਰ ਦਿੰਦੇ ਹਨ, ਨਾਮ ਦੀ ਕਮਾਈ ਕਰਨ ਦਾ ਜ਼ੋਰ ਦਿੰਦੇ ਹਨ। ਗੁਰੂ ਘਰ ਨੇ ਹਰ ਕਿਸਮ ਦੀਆਂ ਵਹਿਮਾਂ ਭਰਮਾਂ, ਬਾਹਰਮੁਖੀ ਸਾਧਨਾ ਕਰਮ ਕਾਂਡ ਚੋਂ, ਇਹਨਾਂ ਸਰੋਵਰਾਂ ਚੋਂ, ਗ੍ਰੰਥਾਂ ਪੋਥੀਆਂ ਚੋਂ, ਪੁੰਨ ਦਾਨ ਚੋਂ, ਜਪ ਤਪ ਚੋਂ, ਕਿਰਿਆ ਕਰਮ ਚੋਂ, ਜੋ ਵੀ ਹਵਨ ਵਗੈਰਾ ਕਰਦੇ ਹਾਂ, ਹਰ ਚੀਜ਼ ਚੋਂ ਸਾਡੇ ਮਨ ਨੂੰ ਕੱਢ ਕੇ ਕੇਵਲ ਸ਼ਬਦ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਕੇਵਲ ਨਾਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਹ ਵੱਖਰੀ ਗੱਲ ਹੈ ਕਿ ਅਸੀਂ ਦੁਨੀਆ ਦੇ ਜੀਵ ਉਹਨਾਂ ਹੀ ਬਾਹਰ ਮੁਖੀਆਂ ਸਾਧਨਾ ਵਿੱਚ ਆਹਿਸਤਾ ਆਹਿਸਤਾ ਫਸੀ ਜਾਂਦੇ ਹਾਂ, ਲੇਕਿਨ ਗੁਰੂ ਘਰ ਦੇ ਸਮਝਾਉਣ ਦੇ ਅੰਦਰ ਕੋਈ ਕਮੀ ਨਹੀਂ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ ਕਿ ਅੱਛੀ ਤਰ੍ਹਾਂ ਮਨ ਵਿੱਚ ਬਿਠਾ ਲਓ ਕਿ ਨਾਮ ਦੀ ਕਮਾਈ ਤੋਂ ਬਗੈਰ ਮਾਲਕ ਨੂੰ ਕੋਈ ਭਗਤੀ ਮਨਜ਼ੂਰ ਨਹੀਂ ਹੈ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ, ਯੂ ਵਰਸ਼ਿਪ ਯੂ ਨੋ ਨਾਟ ਵਟ। ਤੁਸੀਂ ਭਗਤੀ ਕਰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਹਦੀ ਭਗਤੀ ਕਰਦੇ ਹੋ। ਵਰਸ਼ਿਪ ਆਫ ਸਪਿਰਿਟ ਇਜ਼ ਵਰਸ਼ਿਪ ਆਫ ਫਾਦਰ, ਨੋ ਅਦਰ ਵਰਸ਼ਿਪ ਪਲੀਜ਼ ਦੀ ਫਾਦਰ। ਸਿਰਫ ਸ਼ਬਦ ਔਰ ਨਾਮ ਦੀ ਕਮਾਈ ਹੀ ਇੱਕ ਮਾਲਕ ਦੀ ਭਗਤੀ ਹੈ, ਔਰ ਕੋਈ ਭਗਤੀ ਪਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦੀ। ਇਸੇ ਤਰ੍ਹਾਂ ਅੱਗੇ ਜਾ ਕੇ ਸ਼ਬਦ ਵਿੱਚ ਆਉਂਦਾ ਹੈ, ਪੂਜਾ ਕਰੇ ਪਰ ਬਿਦ ਨਹੀਂ ਜਾਣੇ, ਦੂਜੇ ਪਾਏ ਮਨ ਲਾਈ। ਗੁਰੂ ਸਾਹਿਬ ਕਹਿੰਦੇ ਲੋਕ ਮਾਲਕ ਦੀ ਭਗਤੀ ਕਰਦੇ ਹਨ, ਭਗਤੀ ਕਰਨ ਦਾ ਅਸਲੀ ਤਰੀਕਾ ਪਤਾ ਨਹੀਂ ਲੱਗਦਾ, ਗਲਤ ਰਸਤੇ ਤੇ ਚੱਲ ਕੇ ਹੋਰ ਪਾਪਾਂ ਦੀ ਬੋਝਾ ਇਕੱਠਾ ਕਰਕੇ ਦੁਨੀਆ ਚੋਂ ਲੈ ਜਾਂਦੇ ਹਨ। ਇਸ ਵਾਸਤੇ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ ਤੋਂ ਫਾਇਦਾ ਉਠਾ ਕੇ ਕੇਵਲ ਆਪਣੇ ਖਿਆਲ ਨੂੰ ਸੱਚੇ ਸ਼ਬਦ ਦੇ ਨਾਲ ਹੀ ਜੋੜਨਾ ਹੈ, ਸੱਚੇ ਨਾਮ ਦੇ ਨਾਲ ਹੀ ਜੋੜਨਾ ਹੈ। ਬਿਨ ਨਾਮ ਹੋਰ ਪੂਜਨਾ ਹੋਵੀ, ਪਰਮ ਭੁਲੀ ਲੋਕਾਈ। ਗੁਰਮੁਖ ਆਪ ਪਛਾਨੈ ਸੰਤੋ, ਰਾਮ ਨਾਮ ਲਿਵਲਾਈ। ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਇ ਪਾਈ। ਪੂਜਾ ਕਰਹਿ ਪਰ ਬਿਦ ਨਹੀਂ ਜਾਣੈ, ਦੂਜੇ ਪਾਏ ਮਲ ਲਾਈ। ਗੁਰਮੁਖ ਹੋਵੇ ਸੋ ਪੂਜਾ ਜਾਣੈ, ਪਾਣਾ ਮਨ ਵਸਾਈ। ਪਾਣੇ ਤੇ ਸਭ ਸੁਖ ਪਾਵੇ ਸੰਤੋ, ਅੰਤੇ ਨਾਮ
सखाई अपना आप न पछाना है संतो कूड़ कर है बड़ाई पाखंड की न जम नहीं छोड़े लाजासी पत गवाई जिन अंतर शब्द आप पछान है गत में तत नहीं पाई एहो मनुआ सुन समाद लगावे ज्योति ज्योत मिलाई सुन सुन गुरमुख नाम बखान है सतसंगत मिलाई गुरमुख गावे आप गवावे दर साचे शोभा पाई साची बाणी सत्य बखान सत्य नाम ले बलाई पंजन अत पाप निखंजन मेरा प्रभ अंत सखाई सब कुछ आपे आप बरता नानक नाम बड़ाई सब कुछ आपे आप बरता नानक नाम बड़ाई